ਤੁਹਾਨੂੰ ਪੰਜਾਬੀਆਂ ਦੇ ਦਮ ਦੇ ਉੱਤੇ ਕੋਈ ਸ਼ੱਕ ਹੈ? ਪੰਜਾਬੀਆਂ ਨੇ ਪੂਰੀ ਦੁਨੀਆ ਦੇ ਉੱਤੇ ਆਪਣਾ ਦਬਦਬਾ ਕਾਇਮ ਕੀਤਾ, ਹਰ ਇੱਕ ਫੀਲਡ ਦੇ ਵਿੱਚ ਆਪਣੇ ਨਾਂ ਨੂੰ ਉੱਪਰ ਤੇ ਲੈ ਕੇ ਆਏ ਆ। ਇੱਕ ਸਿਰਫ WWE ਰਹਿੰਦੀ ਹੈ। ਮੈਨੂੰ ਲੱਗਦਾ ਵੀ ਇਹਦੇ ਵਿੱਚ ਵੀ ਬਹੁਤ ਜਲਦੀ ਜਿੰਨੇ ਵੀ ਆ ਗੋਰਿਆਂ ਦਾ ਇੱਕ ਐਟੀਟਿਊਡ, ਇੱਕ ਹੰਕਾਰ ਆ ਵੀ ਅਸੀਂ ਬੜੇ ਤਕੜੇ ਰੈਸਲਰ ਆ। ਇੰਡੀਆ ਦੇ ਰੈਸਲਰ ਨੂੰ ਬਹੁਤ ਗੰਦੇ ਤਰੀਕੇ ਨਾਲ ਕੁੱਟਦੇ ਆ। ਪਿੱਛੇ ਇੱਕ ਮੁੰਡੇ ਨੂੰ ਕੁਰਸੀਆਂ ਮਾਰੀਆਂ, ਬਹੁਤ ਜ਼ਿਆਦਾ ਇੰਡੀਆ ਦਾ ਰੈਸਲਰ ਸੀਗਾ, ਬਹੁਤ ਇਨਸਲਟ ਕੀਤੀ ਉਹਦੀ। ਸੋ ਉਹ ਚੀਜ਼ ਦੇਖ ਕੇ ਮੈਨੂੰ ਬਹੁਤ ਗੁੱਸਾ ਚੜ੍ਹਦਾ ਯਾਰ। ਫਿਰ ਮੇਰੇ ਮਨ ਦੇ ਵਿੱਚ ਇਹੀ ਹੈ ਵੀ ਜਦੋਂ ਮੌਕਾ ਮਿਲਿਆ ਸਭ ਤੋਂ ਪਹਿਲਾਂ ਜਾਣਦੇ ਆ ਇਹਨਾਂ ਨੂੰ ਠੋਕਣਾ ਵਾ। ਤੇ ਜਿੰਨੇ ਲੋਕਾਂ ਦੇ ਮਨ 'ਚ ਡਾਊਟ ਹੈ ਵੀ ਮੈਂ ਬ੍ਰੌਕ ਲੈਸਨਰ ਜਾਂ ਰੋਮਨ ਰੇਨਜ਼ ਵਰਗਿਆਂ ਨੂੰ ਨਹੀਂ ਕੁੱਟ ਸਕਦਾ, ਸੋ ਉਹਨਾਂ ਦੇ ਮੂੰਹ ਵੀ ਬੰਦ ਹੋਣਗੇ ਤੇ ਗੋਰਿਆਂ ਦਾ ਹੰਕਾਰ ਵੀ ਬਹੁਤ ਜਲਦੀ ਟੁੱਟੇਗਾ। ਇਸ ਸਮੇਂ ਮੈਂ ਕਰੰਟ ਇੰਡੀਆ ਦਾ ਵਰਲਡ ਹੈਵੀਵੇਟ ਚੈਂਪੀਅਨ ਹੈਗਾ ਵਾਂ। ਇੰਡੀਆ 'ਚ ਚੈਂਪੀਅਨਸ਼ਿਪ ਕਰਵਾਈ ਗਈ ਸੀ, ਉਹਦਾ ਮੈਂ ਚੈਂਪੀਅਨ ਹੈਗਾ ਵਾਂ। ਤਾਂ ਇਹ ਜਿਹੜਾ ਸੁਪਰ ਖਾਲਸੇ ਦਾ ਜਿਹੜਾ ਖਿਤਾਬ ਹੈ ਜਾਂ ਤੁਹਾਡੇ ਨਾਮ ਹੈ, ਇਹ ਦੀ ਸ਼ੁਰੂਆਤ ਜਾਂ ਇਹ ਤੁਹਾਡੇ ਨਾਲ ਕਿਵੇਂ ਜੁੜਿਆ? ਇੱਕ ਰਿੰਗ ਦੇ ਵਿੱਚ ਮੇਰਾ ਨਾਮ ਨਹੀਂ ਸੀਗਾ ਕੋਈ, ਮੈਂ ਕੋਈ ਨਾਮ ਅਜੇ ਡਿਸਾਈਡ ਨਹੀਂ ਕੀਤਾ ਸੀ। ਮੇਰੀ ਟ੍ਰੇਨਿੰਗ ਚੱਲ ਰਹੀ ਸੀ, ਸੋ ਉਹਨਾਂ ਨੇ ਮੈਨੂੰ ਬੁਲਾ ਕੇ ਕਿਹਾ ਵੀ ਯਾਰ ਆ ਤੂੰ ਆਪਣਾ ਨਾਮ ਰੱਖ, ਕਿਉਂਕਿ ਤੇਰੀ ਜਿਹੜੀ ਲੁੱਕ ਹੈਗੀ ਹੈ ਸਾਬਤ ਸੁਥਰਾ ਲੁੱਕ ਹੈਗੀ ਹੈ। ਸੋ ਇੱਦਾਂ ਦੀ ਲੁੱਕ ਦੇ ਵਿੱਚ ਕੋਈ ਵੀ ਮੈਨੂੰ ਨਹੀਂ ਲੱਗਦਾ ਵੀ ਇੰਡੀਆ 'ਚ ਕੋਈ ਵੀ ਰੈਸਲਿੰਗ ਕਰ ਰਿਹਾ ਵਾ। ਜਿੰਨੇ ਵੀ ਲੋਕ ਕਰਦੇ ਆ ਤੇ ਗ੍ਰੇਟ ਖਲੀ ਜੀ ਮੇਰੀ ਫਾਈਟ ਦੇਖ ਰਹੇ ਸੀ। ਸੋ ਉਹਨਾਂ ਨੇ ਮੈਨੂੰ ਕਿਹਾ ਵੀ ਯਾਰ ਤੇਰੀ ਜਿਹੜੀ ਲੁੱਕ ਹੈ ਨਾ, ਇਹ ਤੇਰੀ ਲੁੱਕ ਦੇ ਉੱਤੇ ਤੈਨੂੰ ਇੱਕ ਨਾਮ ਸੁਜੈਸਟ ਕਰਨਾ ਚਾਹੁੰਦਾ, ਸੁਪਰ ਖਾਲਸਾ। ਉੱਥੇ ਫਿਰ ਫਾਈਟ ਕਰੋਗੇ ਜਦੋਂ ਤੁਸੀਂ ਰਿੰਗ 'ਚ ਜਾਓਗੇ WWE ਦੀ, ਤਾਂ ਉਹ ਤੁਸੀਂ ਇੱਦਾਂ ਹੀ ਦਸਤਾਰ ਸਜਾ ਕੇ ਕਿ ਜਾਂ ਫਿਰ ਆਪਣੀ ਲੁੱਕ ਨੂੰ ਵੀ ਥੋੜਾ ਬਹੁਤਾ ਚੇਂਜ ਕਰੋਗੇ? ਮੇਰੀ ਕੋਸ਼ਿਸ਼ ਇਹੀ ਹੈ ਵੀ ਇਸੇ ਤਰੀਕੇ ਨਾਲ WWE ਜਾਇਆ ਜਾਵੇ, ਕਿਉਂਕਿ ਇਦਾਂ ਦੇ ਨਾਲ ਕੋਈ ਵੀ ਹਜੇ ਤੱਕ ਨਹੀਂ ਆਇਆ। ਸੋ ਕੋਈ ਵੀ ਹਜੇ ਤੱਕ ਇਦਾਂ ਫਾਈਟ ਨਹੀਂ ਕਰ ਸਕਿਆ। ਸੋ ਮੈਂ ਉਹ ਚੀਜ਼ ਕਰਨੀ ਹੈ। ਸੋ ਬਹੁਤ ਸਾਰੇ ਲੋਕਾਂ ਦੇ ਯਾਰ ਹੁੰਦਾ ਵੀ ਭਾਜੀ ਤੁਹਾਡੇ ਵਾਲਾਂ ਨੂੰ ਹੱਥ ਪੈ ਜਾਏਗਾ, ਇਹਨਾਂ ਇਨਸਲਟ ਹੁੰਦੀ ਹੈ। ਸੋ ਆਪਾਂ ਜਿੰਨੀ ਵੀ ਮੇਰੀ ਹੁਣ ਤੱਕ ਫਾਈਟਸ ਹੋਈਆਂ ਹੈ ਨਾ, ਆਪਾਂ ਜਾਂਦੇ ਆਂ ਹੀ ਦਬਕਾ ਮਾਰ ਕੇ ਦਹਾੜ ਕੇ ਸਾਹਮਣੇ ਵਾਲੇ ਬੰਦੇ ਨੂੰ ਡਰਾ ਦਿੰਦਾ ਵਾ। ਉਹਦੀ ਹਿੰਮਤ ਨਹੀਂ ਪੈਂਦੀ। ਜੇ ਕੋਈ ਬੰਦਾ ਗਲਤੀ ਕਰ ਵੀ ਦੇਵੇ, ਫਿਰ ਜੇ ਉਹਨੂੰ ਮੈਂ ਥੋੜਾ ਜਿਹਾ ਕੁੱਟਣਾ ਹੁੰਦਾ ਨਾ, ਉਹਨਾਂ ਨਾਲ ਮੈਂ 10 ਗੁਣਾ ਜ਼ਿਆਦਾ ਕੁੱਟਦਾ ਉਹਨੂੰ। ਉਹ ਤਾਂ ਨਹੀਂ ਕੋਈ ਓਬਜੈਕਸ਼ਨ ਲੱਗੀ ਕਿ ਜਿਵੇਂ KSV ਨੇ ਤੁਹਾਡੇ ਦਾੜਾ ਵੀ ਹੈਗਾ, ਇਹਦੇ ਉੱਤੇ ਕੋਈ ਓਬਜੈਕਸ਼ਨ? ਦੇਖੋ WWE ਦੇ ਅੰਡਰ ਕੰਟਰੈਕਟ ਜਦੋਂ ਮੈਂ ਹੋਵਾਂਗਾ, ਉਦੋਂ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਉਹ ਕਹਿਣਗੇ, ਕਿਉਂਕਿ ਅਮਰੀਕਾ ਕੈਨੇਡਾ ਦੇ ਵਿੱਚ ਇਹਨਾਂ ਦੇ ਸ਼ੋਅਜ਼ ਹੁੰਦੇ ਆ, ਉੱਥੇ ਪੰਜਾਬੀ ਬਹੁਤ ਜ਼ਿਆਦਾ ਵਾ। ਤੇ ਜੇ ਪੰਜਾਬੀਆਂ ਦੀ ਮੈਨੂੰ ਸਪੋਰਟ ਰਹੇਗੀ, ਸੋ ਉਹਨਾਂ ਦੇ ਪ੍ਰੈਸ਼ਰ ਹੇਠ ਹੀ WWE ਨੇ ਮੈਨੂੰ ਟਿਕਟ ਵੇਚਣੀ ਹੈ। ਉਹਨਾਂ ਨੇ ਦੇਖਣਾ ਵਾ ਵੀ ਕਿਹੜੇ ਰੈਸਲਰ ਨੂੰ ਲੋਕੀ ਜ਼ਿਆਦਾ ਪਸੰਦ ਕਰ ਰਹੇ, ਉਹਨੂੰ ਵਧੀਆ ਮੈਚਸ ਮਿਲਣਗੇ ਤੇ ਕਿਹਨੂੰ ਕਰਾਊਡ ਜ਼ਿਆਦਾ ਸਪੋਰਟ ਕਰ ਰਿਹਾ, ਕਿਹਦੇ ਉੱਤੇ ਸਭ ਤੋਂ ਜ਼ਿਆਦਾ ਪੈਸਾ ਲੱਗ ਰਿਹਾ, ਕਿਹਦੇ ਉੱਤੇ ਸਭ ਤੋਂ ਜ਼ਿਆਦਾ ਟਿਕਟ ਵਿਕ ਰਹੀ, ਕੌਣ ਜ਼ਿਆਦਾ ਮਨੀ ਡਰਾ ਕਰ ਰਿਹਾ ਵਾ। ਇਹ ਜਿਹੜਾ WWE ਨੂੰ ਤੁਸੀਂ ਤਾਂ ਬੜੇ ਨੇੜਿਓਂ ਦੇਖਿਆ, ਤੁਸੀਂ ਆਪ ਫਾਈਟ ਕਰਦੇ ਹੋ। ਕਈ ਵਾਰੀ ਸਵਾਲ ਉੱਠਦੇ ਆ ਕਿ ਇਹ ਸਭ ਲੜਾਈ ਨਕਲੀ ਹੁੰਦੀ ਹੈ, ਇਹ ਮੁੱਕਾ ਜੇ ਮਾਰਦੇ ਲਾਗੋਂ ਕੱਢ ਦਿੰਦੇ ਆ, ਕਿਸੇ ਦੇ ਖੂਨੀ ਮਾਰਨੀ ਆ ਉਹ ਵੀ ਹੌਲੀ ਜਿਹੀ ਮਾਰ ਦਿੰਦੇ ਆ। ਇਹ ਅਸਲ ਕਹਾਣੀ ਹੈ ਕਿ ਇਹ ਵਾਕਈ ਲੜਦੇ ਵੀ ਹੈ ਕਿ ਨਹੀਂ, ਇਹ ਮਤਲਬ ਕਿੱਦਾਂ ਮਤਲਬ ਜਾਂ ਵਿਖਾਵਾ ਹੁੰਦਾ ਸਾਰਾ? ਦੇਖੋ ਇਹਦੇ ਵਿੱਚ ਬਹੁਤ ਸਾਰੇ ਰੂਲਸ ਹੈਗੇ ਆ। ਇੰਡੀਆ ਦੇ ਲੋਕ ਜਿੰਨੇ ਵੀ ਫਾਈਟ ਦੇਖਦੇ ਨਾ, ਉਹ ਆਪਣੇ ਹਿਸਾਬ ਨਾਲ ਰੂਮਰਸ ਬਣਾ ਲੈਂਦੇ ਆ। ਜਿੱਦਾਂ ਕੋਈ ਬੰਦਾ ਫਾਈਟ ਦੇਖ ਰਿਹਾ, ਤੁਸੀਂ ਕਹਿੰਦੇ ਯਾਰ ਪਹਿਲਾਂ ਉਹ ਕੁੱਟ ਰਿਹਾ ਸੀ, ਹੁਣ ਇਹ ਕੁੱਟ ਰਿਹਾ, ਵਾਰੀ-ਵਾਰੀ ਇੱਕ ਦੂਜੇ ਨੂੰ ਕੁੱਟਦੇ ਆ। ਇੱਦਾਂ ਦੇ ਰੂਮਰਸ ਮੈਨੂੰ ਬਹੁਤ ਸੁਣਨ ਨੂੰ ਮਿਲਦੇ ਆ। ਜਾਂ ਲੋਕੀ ਕਹਿੰਦੇ ਪੰਜ ਟੱਚ ਨਹੀਂ ਹੋਇਆ, ਜਾਂ ਕੁਛ ਮੈਨੂੰ ਜਦੋਂ ਕੋਈ ਵੀ ਵੀਡੀਓ ਦਿਖਾ ਦਿੰਦਾ ਭਾਜੀ ਆਹ ਦੇਖੋ ਤੇ ਪੰਜ ਟੱਚ ਨਹੀਂ ਹੋਇਆ, ਤੁਸੀਂ ਕਹਿੰਦੇ ਸੀ ਪੰਜ ਬਹੁਤ ਜ਼ੋਰ ਦੀ ਮਾਰੀਦਾ। ਸੋ ਮੈਂ ਉਹਨਾਂ ਨੂੰ ਫਿਰ ਦੂਸਰੀ ਵੀਡੀਓ ਦਿਖਾ ਦਿੰਦਾ ਜਿਹਦੇ 'ਚ ਰੈਸਲਰਾਂ ਦੇ ਸਿਰ ਪਾੜ ਗਏ ਜਾਂ ਰੈਸਲਰ ਦੀ ਡੈਥ ਹੋ ਗਈ ਰਿੰਗ ਦੇ ਵਿੱਚ ਹੀ, ਉਹ ਚੀਜ਼ ਵੀ ਦੇਖਣ ਨੂੰ ਮਿਲਦੀ ਹੈ। ਪੰਜਾਬ ਦਾ ਸ਼ੇਰ ਸੁਪਰ ਖਾਲਸਾ ਆਪਣੀ ਸੁਪਰ ਪਾਵਰ ਹੁਣ WWE ਦੇ ਵਿੱਚ ਦਿਖਾਉਣ ਜਾ ਰਿਹਾ ਹੈ। ਮੇਰੇ ਨਾਲ ਨੇ ਸੁਪਰ ਖਾਲਸਾ, ਗੱਲਬਾਤ ਕਰਦੇ ਆ। WWE ਦੇ ਵਿੱਚ ਇਹਨਾਂ ਦੀ ਸਿਲੈਕਸ਼ਨ ਦਾ ਪ੍ਰੋਸੈਸ ਚੱਲ ਰਿਹਾ ਹੈ। ਥੋੜੇ ਹੀ ਸਮੇਂ ਦੇ ਵਿੱਚ ਪੰਜਾਬ ਦਾ ਇਹ ਸ਼ੇਰ ਹੁਣ ਵਿਸ਼ਵ ਭਰ ਦੇ ਵਿੱਚ ਆਪਣੀ ਜਾਨ ਅਤੇ ਪੰਜਾਬ ਦਾ ਮਾਣ ਵਧਾਏਗਾ। ਸਭ ਤੋਂ ਪਹਿਲਾਂ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਸਮਾਂ ਦੇਣ ਦੇ ਲਈ ਧੰਨਵਾਦ। ਥੈਂਕ ਯੂ ਵੈਰੀ ਮਚ ਜੀ। ਡੇਲੀ ਪੋਸਟ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਕਿਸੇ ਵੀ ਮੇਰੇ ਭਰਾ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੁਐਸਚਨ ਹੋਵੇ ਮਨ ਦੇ ਵਿੱਚ, ਫਿਟਨੈਸ ਨੂੰ ਲੈ ਕੇ, ਰੈਸਲਿੰਗ ਨੂੰ ਲੈ ਕੇ, ਤੁਸੀਂ ਬੇਝਿਜਕ ਇਸ ਵੀਡੀਓ ਦੇ ਥੱਲੇ ਕਮੈਂਟ ਕਰ ਸਕਦੇ ਹੋ, ਜਾਂ ਤੁਸੀਂ ਮੇਰੇ ਸੋਸ਼ਲ ਮੀਡੀਆ ਹੈਂਡਲ ਤੇ ਇੰਸਟਾਗ੍ਰਾਮ, ਫੇਸਬੁੱਕ ਤੇ ਮੈਨੂੰ ਤੁਸੀਂ ਮੈਸੇਜ ਕਰ ਸਕਦੇ ਹੋ, ਜਾਂ ਤੁਸੀਂ ਮੇਰੇ YouTube ਚੈਨਲ ਦੀ ਵੀਡੀਓ ਥੱਲੇ ਕਮੈਂਟ ਕਰ ਸਕਦੇ ਹੋ। ਮੈਂ ਕੋਸ਼ਿਸ਼ ਕਰਾਂਗਾ ਸਾਰਿਆਂ ਦੇ ਸਵਾਲਾਂ ਦਾ ਜਵਾਬ ਦੇਣ ਦੀ, ਕਿਉਂਕਿ ਦੇਖੋ ਇਸ ਚੀਜ਼ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਦੇ ਮਾਈਂਡ 'ਚ ਕੁਐਸਚਨ ਹੁੰਦੇ ਆ। ਸੋ ਬਹੁਤ ਸਾਰੇ ਲੋਕ ਗਲਤ ਰਸਤੇ ਵੀ ਚੱਲ ਰਹੇ ਆ। ਅੱਜ ਕੱਲ੍ਹ ਬਹੁਤ ਸਾਰੀ ਵੀਡੀਓਜ਼ ਆ ਰਹੀਆਂ ਸਟੀਰੋਇਡ ਕਰਕੇ, ਬਹੁਤ ਸਾਰੇ ਲੋਕਾਂ ਦੀ ਡੈਥ ਹੋ ਰਹੀ ਹੈ। ਸੋ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਵੀ ਕੋਈ ਵੀ ਨੌਲੇਜ ਦੀ ਜ਼ਰੂਰਤ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੁਐਸਚਨ ਹੋਵੇ, ਤੁਸੀਂ ਬੇਝਿਜਕ ਜਦੋਂ ਮਰਜ਼ੀ ਮੈਨੂੰ ਮੈਸੇਜ ਕਰ ਸਕਦੇ ਹੋ। ਫਿਲਹਾਲ ਅੱਜ ਜੋ ਭਾਜੀ ਹੁਣੀ ਮੈਨੂੰ ਕੁਐਸਚਨ ਪੁੱਛਣਗੇ, ਸਾਰੇ ਸਵਾਲਾਂ ਦਾ ਅੱਜ ਮੈਂ ਜਵਾਬ ਦੇਵਾਂਗਾ। ਮੇਰੇ ਵੀ ਸਵਾਲ ਹੈਗੇ ਨੇ ਕਈ ਤਰੀਕਿਆਂ ਦੇ ਲੈ ਕੇ, ਸਰੀਰ ਨੂੰ ਲੈ ਕੇ, ਹੈਲਥ ਨੂੰ ਲੈ ਕੇ, ਜਾਂ WWE ਦੇ ਵਿੱਚ ਜੋ ਫਾਈਟ ਹੁੰਦੀ ਹੈ ਜੋ ਤੁਸੀਂ ਕਰਦੇ ਹੋ ਉਹਨੂੰ ਲੈ ਕੇ ਵੀ ਬੜੇ ਤਰ੍ਹਾਂ ਦੇ ਸਵਾਲ ਹੈਗੇ। ਸ਼ੁਰੂਆਤ ਮੈਂ ਤੁਹਾਡੇ ਨਾਮ ਤੋਂ ਹੀ ਕਰੂੰਗਾ ਕਿ ਪੰਜਾਬ ਵੀ ਝਲਕ ਰਿਹਾ ਹੈ ਤੁਹਾਡੇ 'ਚ, ਤੁਹਾਡੇ ਸਾਬਰ ਸੂਰਤ ਹੋ ਤੁਸੀਂ, ਤਾਂ ਸਿੱਖੀ ਨੂੰ ਵੀ ਨਾਲ ਲੈ ਕੇ ਚੱਲ ਰਹੇ ਹੋ, ਖਾਲਸਾ ਵੀ ਤੁਹਾਡੇ ਨਾਂ ਦੇ ਨਾਲ ਜੁੜਿਆ ਹੋਇਆ।
ਤਾਂ ਇਹ ਜਿਹੜਾ ਸੁਪਰ ਖਾਲਸੇ ਦਾ ਜਿਹੜਾ ਖਿਤਾਬ ਹੈ ਜਾਂ ਤੁਹਾਡੇ ਨਾਮ ਹੈ, ਇਹ ਦੀ ਸ਼ੁਰੂਆਤ ਜਾਂ ਇਹ ਤੁਹਾਡੇ ਨਾਲ ਕਿਵੇਂ ਜੁੜਿਆ? ਇਹ ਦੇਖੋ ਜੀ, ਮੈਂ ਇੱਕ ਦਿਨ ਫਾਈਟ ਕਰ ਰਿਹਾ ਸੀਗਾ ਤੇ ਜਦੋਂ ਮੈਂ ਫਾਈਟ ਕਰਕੇ ਵਾਪਸ ਆਇਆ ਤੇ ਗ੍ਰੇਟ ਖਲੀ ਜੀ ਮੇਰੀ ਫਾਈਟ ਦੇਖ ਰਹੇ ਸੀ। ਸੋ ਉਹਨਾਂ ਨੇ ਮੈਨੂੰ ਕਿਹਾ ਵੀ ਯਾਰ ਤੇਰੀ ਜਿਹੜੀ ਲੁੱਕ ਹੈ ਨਾ, ਇਹ ਤੇਰੀ ਲੁੱਕ ਦੇ ਉੱਤੇ ਤੈਨੂੰ ਇੱਕ ਨਾਮ ਸੁਜੈਸਟ ਕਰਨਾ ਚਾਹਨਾ, ਸੁਪਰ ਖਾਲਸਾ। ਤੇ ਇਹ ਨਾਮ ਬਹੁਤ ਜ਼ਿਆਦਾ ਇੱਕ ਮੈਚ ਕਰ ਰਿਹਾ ਤੇਰੀ ਲੁੱਕ ਨੂੰ, ਕਿਉਂਕਿ ਫਾਈਟ ਕਰਨ ਲਈ ਨਾ ਇੱਕ ਰਿੰਗ ਨੇਮ ਰੱਖਣਾ ਬਹੁਤ ਜ਼ਰੂਰੀ ਹੁੰਦਾ। ਸੋ ਹੁਣ ਮੈਂ ਜੇ ਫਾਈਟ ਕਰਨ ਜਾਵਾਂਗਾ, ਜੇ ਮੈਨੂੰ ਕੋਈ ਇੰਦਰ ਸਿੰਘ ਦੇ ਨਾਲ ਬੁਲਾਏਗਾ, ਸੋ ਉਹ ਫੀਲ ਨਹੀਂ ਆਉਂਦਾ। ਸੋ ਜਿੱਦਾਂ ਹੁਣ ਤੁਸੀਂ ਲਗਾ ਲਓ ਕਿਸੇ ਵੀ WWE ਰੈਸਲਰ ਜਿੰਨੇ ਵੀ ਨਾਮ ਹੈਗੇ ਨਾ, ਉਹਨਾਂ ਦੇ ਅਸਲੀ ਨੇਮ ਕੁਝ ਹੋਰ ਹੁੰਦੇ ਆ, ਰਿੰਗ ਨੇਮ ਡਿਫਰੈਂਟ ਹੁੰਦਾ ਵਾ। ਹੁਣ ਗ੍ਰੇਟ ਖਲੀ ਜੀ ਦਾ ਨਾਮ ਗ੍ਰੇਟ ਖਲੀ ਕੋਈ ਅਸਲੀ ਨਾਮ ਥੋੜ੍ਹਾ, ਗ੍ਰੇਟ ਖਲੀ ਕੋਈ ਨਾਮ ਥੋੜ੍ਹਾ, ਇੱਕ ਵੈਸੇ ਹੀ ਇੱਕ ਲੁੱਕ ਦੇ ਉੱਤੇ ਨਾਮ ਦਿੱਤਾ ਜਾਂਦਾ। ਉਹਨਾਂ ਨੂੰ WWE ਵਾਲਿਆਂ ਨੇ ਨਾਮ ਸੁਜੈਸਟ ਕੀਤਾ, ਉਹਨਾਂ ਨੂੰ ਵਧੀਆ ਲੱਗਾ, ਉਹਨਾਂ ਨੇ ਰੱਖ ਲਿਆ। ਅਸਲੀ ਨਾਮ ਉਹਨਾਂ ਦਾ ਦਲੀਪ ਸਿੰਘ ਰਾਣਾ ਵਾ। ਸੋ ਇਦਾਂ ਹੀ ਇੱਕ ਰਿੰਗ ਦੇ ਵਿੱਚ ਮੇਰਾ ਨਾਮ ਨਹੀਂ ਸੀਗਾ ਕੋਈ, ਮੈਂ ਕੋਈ ਨਾਮ ਅਜੇ ਡਿਸਾਈਡ ਨਹੀਂ ਕੀਤਾ ਸੀ, ਮੇਰੀ ਟ੍ਰੇਨਿੰਗ ਚੱਲ ਰਹੀ ਸੀ। ਸੋ ਉਹਨਾਂ ਨੇ ਮੈਨੂੰ ਬੁਲਾ ਕੇ ਕਿਹਾ ਵੀ ਯਾਰ ਆ ਤੂੰ ਆਪਣਾ ਨਾਮ ਰੱਖ, ਕਿਉਂਕਿ ਤੇਰੀ ਜਿਹੜੀ ਲੁੱਕ ਹੈਗੀ ਹੈ ਸਾਬਤ ਸੁਰੋ ਲੁੱਕ ਹੈਗੀ ਹੈ। ਸੋ ਇਦਾਂ ਦੀ ਲੁੱਕ ਦੇ ਵਿੱਚ ਕੋਈ ਵੀ ਮੈਨੂੰ ਨਹੀਂ ਲੱਗਦਾ ਵੀ ਇੰਡੀਆ 'ਚ ਕੋਈ ਵੀ ਰੈਸਲਿੰਗ ਕਰ ਰਿਹਾ ਵਾ। ਜਿੰਨੇ ਵੀ ਲੋਕ ਕਰਦੇ ਆ ਪੰਜਾਬੀ ਜਾਂ ਹੋਰ ਜਿੰਨੇ ਵੀ, ਜੇ ਸਿੱਖ ਕੋਈ ਵੀ ਕਰ ਰਿਹਾ, ਸੋ ਆਪਣੀ ਜੋ ਬੀਅਰਡ ਜਾਂ ਆਪਣੇ ਹੇਅਰ ਨੂੰ ਕੱਟ ਕਰਦਾ। ਸੋ ਇਸ ਕਰਕੇ ਮੈਨੂੰ ਉਹਨਾਂ ਨੇ ਕਿਹਾ ਵੀ ਯਾਰ ਤੇਰੀ ਲੁੱਕ ਨੂੰ ਬਹੁਤ ਮੈਚ ਕਰ ਰਿਹਾ। ਤੇ ਫਿਰ ਹੌਲੀ ਹੌਲੀ ਜਿੰਨੇ ਮੇਰੀ ਫਾਈਟਸ ਹੁੰਦੀਆਂ ਸੀ ਉੱਥੇ ਵੀ ਮੈਨੂੰ ਇਸ ਨਾਂ ਨਾਲ ਬੁਲਾਇਆ ਜਾਂਦਾ ਸੀਗਾ। ਸੋ ਹੌਲੀ ਹੌਲੀ ਕਰਕੇ ਫਿਰ ਇਹ ਮੇਰਾ ਨਾਂ ਪੈ ਗਿਆ। ਹੁਣ ਜਦੋਂ ਮੇਰੀ ਫਾਈਟ ਹੁੰਦੀ ਮੈਨੂੰ ਇਸੇ ਦੇ ਨਾਂ ਦੇ ਨਾਲ ਹੀ ਬੁਲਾਇਆ ਜਾਂਦਾ। ਅੱਛਾ, ਹੁਣ ਤਾਂ ਸੁਪਰ ਖਾਲਸਾ ਦੀ ਚਰਚਾ WWE ਤੱਕ ਹੋਣ ਲੱਗ ਗਈ ਹੈ, ਉੱਥੇ ਤੱਕ ਨਾਮ ਪਹੁੰਚ ਗਿਆ ਤੁਹਾਡਾ। ਸ਼ੁਰੂਆਤ ਇੱਥੋਂ ਕਿੱਥੇ ਹੋਈ? ਦੇਸੀ ਖਾੜਿਆਂ ਤੋਂ ਕੀਤੀ ਸੀ ਸ਼ੁਰੂਆਤ ਕਿ ਜਾਂ ਸਿੱਧੇ ਰਿੰਗ ਦੇ ਵਿੱਚ ਗਏ? ਇਹ ਦੇਖੋ, ਮੈਂ ਪਹਿਲਾਂ ਪਾਵਰ ਲਿਫਟਿੰਗ ਗੇਮ ਕਰਦਾ ਸੀਗਾ ਤੇ ਪਾਵਰ ਲਿਫਟਿੰਗ ਦਾ ਨੈਸ਼ਨਲ ਲੈਵਲ ਦਾ ਪਲੇਅਰ ਮੈਂ ਰਹਿ ਚੁੱਕਿਆ ਹੋਇਆ ਵਾਂ। ਸੋ ਉਦੋਂ ਫਿਰ ਇੰਡੀਆ ਦੇ ਵਿੱਚ ਜਦੋਂ ਰੈਸਲਿੰਗ ਦੀ ਅਕੈਡਮੀ ਓਪਨ ਹੋਈ ਤੇ ਮੈਨੂੰ ਲੱਗਾ ਵੀ ਯਾਰ ਮੇਰਾ ਚਾਈਲਡਹੁੱਡ ਜਿਹੜਾ ਡ੍ਰੀਮ ਹੈਗਾ ਵਾ ਤੇ ਇਹਨੂੰ ਪੂਰਾ ਕਰਨ ਲਈ ਮੈਨੂੰ ਇੱਕ ਓਪਰਚੁਨਿਟੀ, ਮੈਨੂੰ ਇੱਕ ਮੌਕਾ ਮਿਲ ਰਿਹਾ ਵਾ। ਸੋ ਫਿਰ ਉਦੋਂ ਮੈਂ ਰੈਸਲਿੰਗ ਅਕੈਡਮੀ ਜਿਹੜੀ ਹੈ ਜੁਆਇਨ ਕੀਤੀ ਤੇ ਉਦੋਂ ਤੋਂ ਫਿਰ ਮੈਂ ਰੈਸਲਿੰਗ ਹੀ ਮੇਨ ਆਪਣਾ ਫੋਕਸ ਰੱਖਿਆ ਵਾ। ਤੇ ਜਿਹੜੀ ਪਾਵਰ ਲਿਫਟਿੰਗ ਗੇਮ ਸੀ ਉਹਨੂੰ ਫਿਰ ਮੈਂ ਨੈਸ਼ਨਲ ਲੈਵਲ ਤੇ ਕਰਕੇ ਉਹਨੂੰ ਮੈਂ ਛੱਡ ਦਿੱਤਾ ਸੀ। ਉਸ ਤੋਂ ਬਾਅਦ ਫਿਰ ਮੈਂ ਰੈਸਲਿੰਗ ਨੂੰ ਕੰਟੀਨਿਊ ਕੀਤਾ ਤੇ 7-8 ਸਾਲ ਤੋਂ ਲਗਾਤਾਰ ਮੈਂ ਇਸੇ ਚੀਜ਼ ਤੇ ਹੁਣ ਵਰਕ ਕਰ ਰਿਹਾ। ਇਹ ਰੈਸਲਿੰਗ ਜਿਹੜੀ ਹੈ ਤੁਸੀਂ ਸਿੱਖਣੀ ਵੀ ਬਹੁਤ ਜ਼ਰੂਰੀ ਹੈ। ਸਿੱਖੀ ਫਿਰ ਗ੍ਰੇਟ ਖਲੀ ਕੋਲੋਂ, ਉਹਨਾਂ ਦੀ ਅਕੈਡਮੀ 'ਚ ਜਾ ਕੇ ਸਿੱਖੀ ਤੁਸੀਂ? ਹਾਂਜੀ, ਜਦੋਂ ਉਹਨਾਂ ਦੀ ਅਕੈਡਮੀ ਓਪਨ ਹੋਈ ਸੀ ਤੇ ਉਹਨਾਂ ਦੀ ਅਕੈਡਮੀ ਦਾ ਸਭ ਤੋਂ ਪਹਿਲਾ ਸਟੂਡੈਂਟ ਮੈਂ ਹੀ ਹੈਗਾ ਵਾਂ। ਤੇ 3-4 ਸਾਲ ਉੱਥੇ ਮੈਂ ਟ੍ਰੇਨਿੰਗ ਕੀਤੀ ਹੈ, ਰੈਸਲਿੰਗ ਸਿੱਖੀ। ਕੁਝ ਫੋਰਨ ਦੇ ਕੋਚਿਸ ਆਏ ਸੀਗੇ ਤੇ ਉਹਨਾਂ ਫੋਰਨ ਦੇ ਰੈਸਲਰਾਂ ਨਾਲ ਮੈਨੂੰ ਮੈਚ ਕਰਨ ਦੀ ਵੀ ਓਪਰਚੁਨਿਟੀ ਮਿਲੀ। ਆਪਣੇ ਕੋਚਿਸ ਨਾਲ ਫਾਈਟਸ ਕੀਤੀਆਂ ਮੈਂ, ਨਿਊ ਨਿੰਜਾ ਹੈਗੇ ਉਹਨਾਂ ਨਾਲ ਫਾਈਟ ਕੀਤੀ। ਸੋ ਹੋਰ ਬਹੁਤ ਸਾਰੇ ਫਾਈਟਸ ਕਰਨ ਦਾ ਮੌਕਾ ਮਿਲਿਆ। ਤੇ ਫਿਰ ਜਦੋਂ ਮੈਂ ਉੱਥੇ 3-4 ਸਾਲ ਆਪਣੀ ਟ੍ਰੇਨਿੰਗ ਪੂਰੀ ਕਰ ਲਈ ਸੀ, ਫਿਰ ਹੁਣ ਉਹਨਾਂ ਕੋਲ ਉੱਥੇ ਕੁਝ ਹੈ ਨਹੀਂ ਸੀਗਾ। ਉਹਨਾਂ ਦਾ ਮੇਨ ਟ੍ਰੇਨਿੰਗ ਸੈਂਟਰ ਹੀ ਹੈਗਾ। ਜਦੋਂ ਉਹਨਾਂ ਨੇ ਟ੍ਰੇਨਿੰਗ ਪੂਰੀ ਕਰਵਾਤੀ ਫਿਰ ਮੈਨੂੰ ਲੱਗਾ ਵੀ ਯਾਰ ਜੇ ਹੁਣ ਇਸ ਲਾਈਨ ਦੇ ਵਿੱਚ ਅੱਗੇ ਵਧਣਾ ਵਾ ਤੇ ਆਪਣੇ ਦਮ ਤੇ ਹੀ ਕੁਝ ਕਰਨਾ ਪੈਣਾ ਵਾ। ਸੋ ਫਿਰ ਉਸ ਤੋਂ ਬਾਅਦ ਫਿਰ ਉਹਨਾਂ ਦੀ ਅਕੈਡਮੀ ਮੈਂ ਲੀਵ ਕਰਤੀ। ਫਿਰ ਉਸ ਤੋਂ ਬਾਅਦ ਹੁਣ ਜਿੰਨੀ ਵੀ ਮੇਰੀ WWE ਨਾਲ ਗੱਲਬਾਤ ਹੋਈ ਆ ਜਾਂ ਜਿੰਨੇ ਵੀ ਮੈਂ ਮੈਚਿਸ ਲੜੇ ਆ, ਇਸ ਸਮੇਂ ਮੈਂ ਕਰੰਟ ਇੰਡੀਆ ਦਾ ਵਰਲਡ ਹੈਵੀਵੇਟ ਚੈਂਪੀਅਨ ਹੈਗਾ ਵਾਂ। ਇੰਡੀਆ 'ਚ ਚੈਂਪੀਅਨਸ਼ਿਪ ਕਰਵਾਈ ਗਈ ਸੀ ਉਹਦਾ ਮੈਂ ਚੈਂਪੀਅਨ ਹੈਗਾ ਵਾਂ। ਤੇ ਜਿੰਨੀ ਵੀ ਚੀਜ਼ਾਂ ਕੀਤੀਆਂ ਉਹ ਫਿਰ ਮੈਂ ਆਪਣੇ ਦਮ ਤੇ ਹੀ ਅਚੀਵ ਕੀਤੀਆਂ। ਆਪਣੇ ਦਮ ਦੇ ਉੱਤੇ ਅਮਰੀਕਾ ਤੱਕ ਜਿਹੜਾ ਵਿਸ਼ਵ ਦਾ ਸਭ ਤੋਂ ਪ੍ਰਸਿੱਧ ਮੈਨੂੰ ਲੱਗਦਾ ਕਿ ਜਿਹੜਾ ਸ਼ੋਅ ਹੈ ਉੱਥੋਂ ਤੱਕ ਪਹੁੰਚ ਕਿਵੇਂ ਹੋਈ? WWE ਦੇ ਜਿਹੜੇ ਟਰਾਇਲ ਨੇ ਕਹਿ ਸਕਦੇ ਆ ਜਿਵੇਂ, ਉਹ ਤੁਸੀਂ ਕਿਵੇਂ ਕਲੀਅਰ ਕੀਤੇ ਨੇ ਜਾਂ ਕਿੱਥੋਂ ਤੱਕ, ਕਿਵੇਂ ਉੱਥੋਂ ਤੱਕ ਪਹੁੰਚਣਾ ਦਾ ਬਣਿਆ ਸਬਬ? ਦੇਖੋ, WWE ਦੇ ਜਿਹੜੇ ਟਰਾਈ ਆਊਟ ਸੀ ਨਾ, ਦੇਖੋ ਮੈਂ ਇੱਕ ਪੜ੍ਹਿਆ ਲਿਖਿਆ ਨੌਜਵਾਨ ਆ, ਮੈਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਗੀ। ਮੈਨੂੰ ਪ੍ਰੋਪਰ ਇੰਗਲਿਸ਼ ਬੋਲਣੀ ਆਉਂਦੀ ਹੈ। WWE ਅਮਰੀਕਾ ਦੀ ਗੇਮ ਆ, ਗੋਰਿਆਂ ਦੀ ਗੇਮ ਆ। ਸੋ ਬਹੁਤ ਸਾਰੇ ਰੈਸਲਰ ਪਿੱਛੇ ਇਸ ਕਰਕੇ ਰਹਿ ਗਏ ਆ, ਟੈਲੈਂਟ ਦੀ ਕਮੀ ਵੀ ਕਹਿ ਸਕਦੇ ਹਾਂ। ਇੱਕ ਲੈਂਗੁਏਜ ਬੈਰੀਅਰ ਬੜਾ ਵਾ। ਜਦੋਂ ਮੈਂ ਫਾਈਟਸ ਕਰਦਾ ਸੀ ਨਾ ਤੇ ਜਿਹੜੇ ਉੱਥੇ ਰੈਸਲਰ ਸਾਡੇ ਕੋਚਿਸ ਸੀਗੇ ਗੋਰੇ ਸੀਗੇ, ਸੋ ਉਹ ਜਦੋਂ ਕੋਈ ਵੀ ਸਾਨੂੰ ਗੱਲ ਸਮਝਾਉਂਦੇ ਸੀਗੇ ਮੈਨੂੰ ਤਾਂ ਸਮਝ ਲੱਗ ਜਾਂਦੀ ਸੀ। ਕੁਝ ਜਿਹੜੇ ਨਾਲ ਮੇਰੇ ਟ੍ਰੇਨਰ ਸੀ, ਟ੍ਰੇਨਿੰਗ ਕਰ ਰਹੇ ਸੀਗੇ, ਉਹਨਾਂ ਨੂੰ ਨਾ ਟਰਾਂਸਲੇਟ ਕਰਨਾ ਪੈਂਦਾ ਸੀਗਾ। ਸੋ ਪਹਿਲਾਂ ਕੋਚ ਮੈਨੂੰ ਦੱਸਦੇ ਸੀ, ਮੈਂ ਉਹਨਾਂ ਨੂੰ ਟਰਾਂਸਲੇਟ ਕਰਦਾ ਸੀ। ਉਹਨਾਂ ਦਾ ਕੁਐਸਚਨ ਹੁੰਦਾ ਮੈਨੂੰ ਦੱਸਦੇ ਸੀ, ਫਿਰ ਮੈਂ ਕੋਚ ਨੂੰ ਪੁੱਛਦਾ ਸੀ। ਫਿਰ ਇਹਦਾ ਟਰਾਂਸਲੇਸ਼ਨ 'ਚ ਬੜਾ ਟਾਈਮ ਜਿਹੜਾ ਉਹ ਵੇਸਟ ਹੁੰਦਾ ਸੀ। ਸੋ ਮੈਨੂੰ ਲੈਂਗੁਏਜ ਬੈਰੀਅਰ ਸ਼ੁਰੂ ਤੋਂ ਨਹੀਂ ਰਿਹਾ। ਸੋ ਲੈਂਗੁਏਜ ਬੈਰੀਅਰ ਨਾ ਹੋਣ ਕਰਕੇ ਮੈਨੂੰ ਬਹੁਤ ਬੈਨੀਫਿਟ ਹੋਇਆ। ਮੈਂ WWE ਦੀ ਡਾਇਰੈਕਟ ਵੈਬਸਾਈਟ ਤੋਂ ਜਾਂ ਜਦੋਂ ਵੀ WWE ਟਰਾਈ ਆਊਟਸ ਹੋਏ ਉੱਥੇ ਮੈਂ ਅਪਲਾਈ ਕੀਤਾ, ਨੌਲੇਜ ਗੇਨ ਕੀਤੀ ਵੀ ਕਿੱਦਾਂ ਅਪਲਾਈ ਕੀਤਾ ਜਾ ਸਕਦਾ ਵਾ। ਸੋ ਇੱਕ ਛੋਟਾ ਜਿਹਾ ਇੱਕ ਮੈਸੇਜ ਤੁਹਾਡੇ ਥਰੂ ਦੇਣਾ ਚਾਹੁੰਦਾ, ਜਿਹੜੇ ਬੜਾ ਲੋਕਾਂ ਨੂੰ ਇੱਕ ਬੈਨੀਫਿਟ ਹੋਏਗਾ, ਉਹ ਇਹ ਹੈ ਵੀ ਜਿੰਨੇ ਵੀ ਲੋਕ WWE ਜਾਣਾ ਚਾਹੁੰਦੇ ਆ, ਤੁਹਾਨੂੰ ਕੋਈ ਟ੍ਰੇਨਿੰਗ ਲੈਣ ਦੀ ਲੋੜ ਨਹੀਂ ਗੀ। ਕਿਉਂਕਿ ਜ਼ਿਆਦਾਤਰ ਲੋਕਾਂ 'ਚ ਰੂਮਰਸ ਫੈਲ ਰਹੇ, ਅੱਜ ਕੱਲ੍ਹ ਬਹੁਤ ਸਾਰੀ ਕੰਪਨੀਜ਼ ਇੰਡੀਆ 'ਚ ਓਪਨ ਹੋ ਰਹੀਆਂ ਜਿਹੜੀ ਲੱਖਾਂ ਰੁਪਏ ਲੋਕਾਂ ਤੋਂ ਫੀਸ ਲੈ ਰਹੇ ਆ ਤੇ ਮੇਰੇ ਹਿਸਾਬ ਨਾਲ ਲੋਕਾਂ ਨੂੰ ਬੇਵਕੂਫ ਬਣਾ ਰਹੇ ਆ ਉਹ ਕਿ ਅਸੀਂ ਤੁਹਾਨੂੰ WWE 'ਚ ਭੇਜ ਦਿਆਂਗੇ। ਜੇ ਤੁਹਾਨੂੰ ਕੋਈ ਬੰਦਾ ਕਹਿੰਦਾ ਨਾ ਮੈਂ ਤੁਹਾਨੂੰ WWE 'ਚ ਭੇਜ ਸਕਦਾ ਵਾਂ, ਸਮਝ ਲਓ ਝੂਠ ਬੋਲ ਰਿਹਾ। WWE ਦੀ ਪ੍ਰੋਪਰ ਜਿਹੜੀ ਵੈਬਸਾਈਟ ਆ, ਤੁਸੀਂ ਜਾ ਕੇ ਉੱਥੇ ਚੈੱਕ ਕਰੋ। ਰਿਕਰੂਟ ਦੇ ਵਿੱਚ ਆਪਸ਼ਨ ਆਉਂਦੇ, ਰਿਕਰੂਟ ਦੇ ਵਿੱਚ ਸਾਰਾ ਲਿਖਿਆ ਹੋਇਆ ਵਾ। ਜੇ ਤੁਸੀਂ WWE ਜੁਆਇਨ ਕਰਨਾ ਚਾਹੁੰਦੇ ਹੋ, ਤੁਹਾਡੀ ਜਿਹੜੀ ਹੈਗੀ ਆ ਉਹ ਪ੍ਰੋਫੈਸ਼ਨਲ ਬੈਕਗ੍ਰਾਉਂਡ ਹੋਣੀ ਚਾਹੀਦੀ, ਐਥਲੈਟਿਕ। ਤੁਸੀਂ ਕਿਸੇ ਗੇਮ ਦੇ ਵਿੱਚ ਤੁਸੀਂ ਹੋਣੇ ਚਾਹੀਦੇ ਹੋ। ਜਿੱਦਾਂ ਮੈਂ ਪਾਵਰ ਲਿਫਟਿੰਗ ਦਾ ਨੈਸ਼ਨਲ ਲੈਵਲ ਦਾ ਪਲੇਅਰ ਰਿਹਾ ਹੋਇਆ ਵਾਂ। ਐਥਲੈਟਿਕ ਬੈਕਗ੍ਰਾਉਂਡ ਹੋਣੀ ਚਾਹੀਦੀ ਹੈ, ਮਾਈਕ ਸਕਿੱਲਸ ਵਧੀਆ ਹੋਣੇ ਚਾਹੀਦੇ। ਜਿੱਦਾਂ ਹੁਣੇ ਮੈਂ ਇੰਟਰਵਿਊ ਕਰ ਰਿਹਾ, ਮਾਈਕ ਸਕਿੱਲਸ ਵਧੀਆ ਹੋਣੇ ਚਾਹੀਦੇ ਆ। ਫਿਰ ਜੇ ਤੁਹਾਡੀ ਲੁੱਕ ਹੋਣੀ ਚਾਹੀਦੀ ਆ। ਫਿਰ ਟ੍ਰਿਪਲ ਐਚ ਨੇ ਪ੍ਰੋਪਰ ਇੰਡੀਆ ਦੇ ਵਿੱਚ ਉਹਦੀ ਜਦੋਂ ਇੰਟਰਵਿਊ ਹੋਈ ਸੀ, ਉਹਨੇ ਸਪੈਸ਼ਲੀ ਇਹ ਗੱਲ ਕਹੀ ਸੀ ਵੀ ਸਾਨੂੰ ਜਿਹੜੇ ਹੈਗੇ ਆ ਰੈਸਲਰ ਨਹੀਂ ਚਾਹੀਦੇ,
ਸਾਨੂੰ ਸੁਪਰਸਟਾਰ ਚਾਹੀਦੇ ਆ। ਇੱਕ ਰੈਸਲਰ ਤੇ ਸੁਪਰਸਟਾਰ 'ਚ ਬਹੁਤ ਫਰਕ ਆ। ਰੈਸਲਿੰਗ ਤਾਂ ਕੁਸ਼ਤੀ ਜਿਹੜੀ ਮੈਟ ਤੇ ਅਖਾੜਿਆਂ 'ਚ ਹੁੰਦੀ ਹੈ ਉਹ ਡਿਫਰੈਂਟ ਆ, ਉਹ ਰੈਸਲਿੰਗ ਚੱਲਦੀ ਹੈ। ਇਹ ਇੱਕ ਡਿਫਰੈਂਟ ਗੇਮ ਹੈ, ਮਨੀ ਗੇਮ ਆ, ਸਾਡੇ ਉੱਤੇ ਪੈਸਾ ਲੱਗਦਾ। ਇਹ ਗੇਮ 'ਚ ਬਹੁਤ ਪੈਸਾ ਵਾ, ਇਹਦੇ 'ਚ ਬਹੁਤ ਫੇਮ ਆ, ਵੱਡੇ ਵੱਡੇ ਸਟਾਰ ਬਣ ਜਾਂਦੇ ਆ। ਸੋ ਇਹ ਇੱਕ ਬਿਲਕੁਲ ਡਿਫਰੈਂਟ ਗੇਮ ਆ। ਜੇ ਤੁਸੀਂ ਇਹ ਗੇਮ 'ਚ ਆਉਣਾ ਚਾਹੁੰਦੇ ਹੋ ਤੁਹਾਨੂੰ ਰੈਸਲਿੰਗ ਸਿੱਖਣ ਦੀ ਕੋਈ ਵੀ ਲੋੜ ਨਹੀਂ ਗੀ। ਉਹਦਾ ਸਗੋਂ ਮੈਂ ਕਹਾਂਗਾ ਮਾਈਨਸ ਪੁਆਇੰਟ ਹੈ ਜੇ ਤੁਸੀਂ ਕੋਈ ਗਲਤ ਮੂਵ ਸਿੱਖ ਲਿਆ। ਅੱਜ ਕੱਲ ਜਿੰਨੀ ਵੀ ਇੰਡੀਆ 'ਚ ਅਕੈਡਮੀ ਹੈਗੀ ਉਹਨਾਂ ਨੂੰ ਆਪ ਨੂੰ ਨਹੀਂ ਪਤਾ। ਇੱਕ ਅਕੈਡਮੀ ਹੈਗੀ, ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ। ਮੈਂ ਜਦੋਂ ਉਹਨਾਂ ਦੇ ਕੋਚ ਨੂੰ ਮਿਲਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਸਰ ਤੁਸੀਂ ਕਿੱਥੋਂ ਟ੍ਰੇਨਿੰਗ ਲਈ ਸੀਗੀ ਰੈਸਲਿੰਗ ਦੀ? ਉਹ ਮੈਨੂੰ ਕਹਿੰਦੇ ਅਸੀਂ ਟੀਵੀ ਤੋਂ ਦੇਖ ਕੇ ਸਿੱਖੀ ਹੈ। ਸੋ ਮੈਂ ਸੋਚ ਰਿਹਾ ਸੀ ਜੇ ਉਹ ਬੰਦੇ ਅੱਗੋਂ ਰੈਸਲਰਾਂ ਨੂੰ ਟ੍ਰੇਨਡ ਕਰਨਗੇ, ਤੁਸੀਂ ਜੇ ਗਲਤ ਚੀਜ਼ ਸਿੱਖ ਲਈ ਨਾ ਫਿਰ ਜਦੋਂ ਟਰਾਈ ਆਊਟਸ ਹੋਣਗੇ ਤੁਹਾਡੀ ਉਹ ਗਲਤੀ ਸਾਹਮਣੇ ਆਏਗੀ। ਤੁਸੀਂ ਲਿਖਿਆ ਹੋਊਗਾ ਕਿ ਮੈਂ ਇੰਨੇ ਸਾਲ ਟ੍ਰੇਨਿੰਗ ਕਰ ਰਿਹਾ, ਮੈਂ ਇੱਕ ਪ੍ਰੋਫੈਸ਼ਨਲ ਰੈਸਲਰ ਹਾਂ। ਜਦੋਂ ਰਿੰਗ 'ਚ ਪਰਫਾਰਮ ਕਰੂੰਗੇ ਗਲਤੀਆਂ ਹੋਣਗੀਆਂ, ਰੋਲਸ ਨਹੀਂ ਤੁਹਾਡੇ ਤੋਂ ਕੀਤੇ ਜਾਣਗੇ, ਬੰਪ ਨਹੀਂ ਕੀਤੇ ਜਾਣਗੇ, ਜੰਪ ਵਗੈਰਾ ਨਹੀਂ ਕੀਤਾ ਜਾਏਗਾ ਸਹੀ ਤਰੀਕੇ ਦੇ ਨਾਲ। ਸੋ ਉਹ ਗਲਤੀਆਂ ਕਰਕੇ ਤੁਸੀਂ ਪਿੱਛੇ ਰਹਿ ਸਕਦੇ ਹੋ। ਇਸ ਕਰਕੇ ਐਥਲੈਟਿਕ ਬੈਕਗ੍ਰਾਉਂਡ ਬਣਾਓ ਆਪਣੀ। ਕਿਸੇ ਵੀ ਫੀਲਡ ਦੇ ਵਿੱਚ ਪ੍ਰੋਪਰ ਐਥਲੈਟਿਕ ਬੈਕਗ੍ਰਾਉਂਡ ਹੋਣੀ ਚਾਹੀਦੀ। ਨੈਸ਼ਨਲ ਲੈਵਲ ਜਾਂ ਇੰਟਰਨੈਸ਼ਨਲ ਲੈਵਲ ਤੇ ਤੁਸੀਂ ਕੁਝ ਕੀਤਾ ਹੋਣਾ ਚਾਹੀਦਾ ਵਾ। ਤੇ ਬਾਕੀ ਜਿਹੜੇ ਤੁਹਾਨੂੰ ਪੁਆਇੰਟ ਦੱਸਦੇ ਉਹ ਜ਼ਰੂਰੀ ਹੈ। ਬਸ ਇਹੀ ਚੀਜ਼ ਚਾਹੀਦੀ ਹੈ WWE ਜਾਣ ਲਈ। ਤੇ WWE ਦੇ ਆਫੀਸ਼ੀਅਲ ਵੈਬਸਾਈਟ ਤੇ ਰਿਕਰੂਟ ਵਾਲੇ ਪੇਜ ਤੇ ਜਾ ਕੇ ਤੁਸੀਂ ਫਾਰਮ ਫਿਲ ਕਰੋ। ਇੰਡੀਆ ਜਦੋਂ ਟਰਾਈ ਆਊਟ ਹੋਣਗੇ ਤੁਸੀਂ ਟਰਾਈ ਆਊਟ ਦੇ ਸਕਦੇ ਹੋ। ਜਦੋਂ ਤੁਸੀਂ ਟਰਾਈ ਆਊਟ ਦਿੱਤੇ ਸੀਗੇ ਉੱਥੋਂ ਦਾ ਮਾਹੌਲ ਕਿਦਾਂ ਦਾ ਸੀਗਾ? ਉਹ ਟਰਾਈ ਆਊਟ ਕਿੱਥੇ ਹੋਏ ਸੀਗੇ ਤਾਂ ਉੱਥੇ ਫਿਰ ਕਿਹੜੇ ਪਲੇਅਰ ਦੇ ਨਾਲ ਤੁਸੀਂ ਉੱਥੇ ਫਾਈਟ ਕੀਤੀ? ਇਹ ਦੇਖੋ ਟਰਾਈ ਆਊਟਸ ਦੇ ਵਿੱਚ ਨਾ ਮੈਨੂੰ ਪਹਿਲਾਂ ਮੈਂ ਕਾਫੀ ਪਹਿਲਾਂ ਹੀ WWE ਦੇ ਵਿੱਚ ਜਾ ਸਕਦਾ ਸੀ ਜਦੋਂ ਤੱਕ ਮੈਨੂੰ ਲੱਗਦਾ ਸੀ, ਪਰ ਬਹੁਤ ਸਾਰੇ ਬੰਦਿਆਂ ਨੇ ਲੱਤਾਂ ਖਿੱਚੀਆਂ। ਮੈਂ ਦੇਖੋ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਇਸੇ ਕਰਕੇ ਮੈਂ ਹੁਣ ਸਾਰਿਆਂ ਤੋਂ ਅਲੱਗ ਹੋ ਗਿਆ ਵਾਂ। ਸਿਰਫ ਮੇਰੇ ਘਰਦਿਆਂ ਦੀ ਸਪੋਰਟ ਆ ਜਾਂ ਮੇਰਾ YouTube ਚੈਨਲ ਹੈਗਾ, ਮੇਰੇ 1.1 ਮਿਲੀਅਨ ਫਾਲੋਅਰ ਉੱਥੇ, ਮੇਰੇ ਜਿਹੜੇ ਫਾਲੋਅਰਸ ਆ ਉਹਨਾਂ ਦੀ ਮੈਨੂੰ ਸਪੋਰਟ ਆ ਤੇ ਪਰਮਾਤਮਾ ਦਾ ਆਸ਼ੀਰਵਾਦ ਆ। ਉਹਨਾਂ ਦੇ ਸਾਰੀ ਚੀਜ਼ਾਂ ਦੇ ਨਾਲ ਹੀ ਮੈਂ ਜੋ ਵੀ ਹੁਣੇ ਅਚੀਵ ਕਰ ਰਿਹਾ ਵਾਂ ਸਿਰਫ ਉਹਨਾਂ ਦੀ ਸਪੋਰਟ ਨਾਲ ਹੀ ਕਰ ਰਿਹਾ ਵਾਂ। ਸੋ ਜਿਹੜੇ ਇਹਦੇ ਟਰਾਈ ਆਊਟ ਸੀਗੇ ਪਹਿਲਾਂ ਦੁਬਈ ਦੇ ਵਿੱਚ ਹੋਈ ਸੀ, ਉਹਦੇ 'ਚ ਮੇਰਾ ਨਾਂ ਜਿਹੜਾ ਸੀ ਪਿਆ ਉਹਨਾਂ ਨੇ ਨਾਂ ਕਟਵਾਤਾ ਤੇ ਕਿਸੇ ਨੇ, ਹੁਣ ਮੈਂ ਦੇਖੋ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ। ਸੋ ਉੱਥੋਂ ਫਿਰ ਮੈਂ ਡਾਇਰੈਕਟ ਆਪ ਮੇਲ ਕੀਤੀ। ਉਦੋਂ WWE ਦੇ ਜਿਹੜੇ ਟ੍ਰਿਪਲ ਆਈ ਦੇ ਕਹਿ ਲਓ ਅਸਿਸਟੈਂਟ ਆ, ਵਾਈਸ ਜਿਹੜੇ ਹੈਗੇ, ਜਿਹੜੇ ਵਾਈਸ ਪ੍ਰੈਜ਼ੀਡੈਂਟ ਹੈਗੇ, ਜਿਹੜੇ ਸਿਲੈਕਸ਼ਨ ਕਰਦੇ ਆ ਪ੍ਰੋਪਰ, ਕੈਨੀਅਨ ਸੀਮਨ, ਉਹਨਾਂ ਨੇ ਹੁਣ ਕਰੋਨਾ ਟਾਈਮ 'ਚ ਲੀਵ ਕਰ ਦਿੱਤਾ ਹੋਇਆ ਵੈਸੇ। ਸੋ ਉਹਨਾਂ ਨਾਲ ਡਾਇਰੈਕਟ ਮੈਂ ਕੰਟੈਕਟ ਕੀਤਾ, ਉਹਨਾਂ ਨੂੰ ਮੇਲ ਕੀਤੀ। ਸੋ ਉਹਨਾਂ ਨੇ ਮੇਰੇ ਤੋਂ ਸਪੈਸ਼ਲੀ ਮੇਲ ਵੀ ਪਾਈ ਹੋਈ ਆ, ਮੈਨੂੰ ਮੇਲ 'ਚ ਸਪੈਸ਼ਲੀ ਕਿਹਾ ਵੀ ਤੈਨੂੰ ਜਦੋਂ ਅਸੀਂ ਇੰਡੀਆ ਆਏ ਸੀ ਤੈਨੂੰ ਅਸੀਂ ਰਿੰਗ ਦੇ ਵਿੱਚ ਦੇਖਿਆ ਸੀ ਤੇ ਸਾਨੂੰ ਇੱਕ ਬਹੁਤ ਪੋਜ਼ਿਟਿਵ ਫੀਲ ਆਈ ਸੀ, ਇੱਕ ਕ੍ਰਿਜ਼ਮਾ ਤੇਰੇ 'ਚ ਨਜ਼ਰ ਆਇਆ ਸੀ ਤੇ ਉਹ ਕਹਿੰਦੇ ਵੀ ਤੈਨੂੰ ਅਸੀਂ ਬੁਲਾਉਣਾ ਚਾਹੁੰਦੇ ਸੀਗੇ ਟਰਾਈ ਆਊਟਸ ਤੇ ਤੂੰ ਨਹੀਂ ਆਇਆ, ਸਾਨੂੰ ਨਹੀਂ ਪਤਾ ਕੀ ਰੀਜ਼ਨ ਸੀਗਾ। ਫਿਰ ਦੁਬਾਰਾ ਹੁਣ ਇੱਥੇ ਬੰਬੇ ਦੇ ਵਿੱਚ ਟਰਾਈ ਆਊਟ ਹੋਏ ਸੀਗੇ ਤੇ ਉਹਦੇ 'ਚ 3 ਦਿਨ ਲਗਾਤਾਰ ਟਰਾਈ ਆਊਟ ਚੱਲੇ ਸਾਡੇ ਤੇ ਬਹੁਤ ਹੀ ਜ਼ਿਆਦਾ ਇੱਕ ਹਾਰਡ ਟ੍ਰੇਨਿੰਗ ਕਰਵਾਈ ਉਹਨਾਂ ਨੇ 3 ਦਿਨ ਲਗਾਤਾਰ। ਤੇ ਪਹਿਲੇ ਦਿਨ ਹੀ ਕੁਝ ਕੁੜੀਆਂ ਟਰਾਈ ਆਊਟ ਦੇਣ ਆਈਆਂ ਸੀ, ਪਹਿਲੇ ਦਿਨ ਹੀ ਉਹਨਾਂ ਨੂੰ ਬੁਖਾਰ ਚੜ ਗਿਆ ਸੀ ਕੁੜੀਆਂ ਨੂੰ ਤੇ ਉਹਨਾਂ ਨੇ ਕਹਿਤਾ ਸੀ ਸਾਡਾ ਨਾਂ ਕੱਢ ਦਿਓ, ਅਸੀਂ ਟਰਾਈ ਆਊਟ ਕੰਟੀਨਿਊ ਨਹੀਂ ਕਰ ਸਕਦੇ। ਦੂਸਰੇ ਦਿਨ ਬੜੇ ਬੰਦੇ ਵਿੱਚ ਛਾਂਟੇ ਗਏ ਤੇ ਤੁਸੀਂ ਲਗਾ ਲਓ ਪੂਰੇ ਇੰਡੀਆ 'ਚੋਂ 70 ਤੋਂ 80 ਬੰਦੇ ਉਹਨਾਂ ਨੇ ਲਏ ਸੀਗੇ ਤੇ ਉਹਨਾਂ ਦੇ ਵਿੱਚ ਕੁਝ ਬੰਦੇ ਰਹਿ ਗਏ ਸੀ ਐਂਡਲੇ ਤੀਜੇ ਦਿਨ ਨੂੰ। ਸੋ ਪੂਰਾ ਟਰਾਈ ਆਊਟ ਮੈਂ ਪਾਸ ਕੀਤਾ ਸੀ। ਫਿਰ ਸਪੈਸ਼ਲੀ ਉਹਨਾਂ ਨੇ ਮੈਨੂੰ ਬੁਲਾਇਆ, ਪ੍ਰੋਪਰ ਕੈਮਰੇ ਦਾ ਸੈਟਅਪ ਸੀਗਾ। ਉਹਨਾਂ ਦਾ ਹੈੱਡ ਕੋਚ ਜਿਹੜਾ ਸੀ ਮੈਟ ਬਲੂਮ, A ਟ੍ਰੇਨ ਦੇ ਨਾਂ ਤੋਂ ਰੈਸਲਿੰਗ ਕਰਦਾ ਰਿਹਾ, ਉਹ ਇਸ ਟਾਈਮ ਹੈੱਡ ਕੋਚ ਹੈਗਾ ਵਾ। ਸੋ ਉਹਨੇ ਮੈਨੂੰ ਬੁਲਾਇਆ ਕੈਮਰੇ ਅੱਗੇ, ਮੈਨੂੰ ਸਪੈਸ਼ਲੀ ਕਿਹਾ ਵੀ ਅਸੀਂ ਤੁਹਾਨੂੰ ਜਿਹੜਾ ਹੈਗਾ ਵਾ ਅਸੀਂ ਤੁਹਾਨੂੰ ਸਿਲੈਕਟ ਕਰ ਰਹੇ ਹਾਂ ਤੇ ਤੁਹਾਡਾ ਜਿਹੜਾ ਵੀਜ਼ਾ ਪ੍ਰੋਸੈਸ ਹੋਏਗਾ, ਪ੍ਰੋਸੈਸ ਪੂਰਾ ਹੋਣ ਤੋਂ ਬਾਅਦ ਤੁਹਾਨੂੰ ਅਸੀਂ ਕੰਟਰੈਕਟ ਆਫਰ ਕਰਾਂਗੇ। ਫਿਰ ਉਸ ਤੋਂ ਬਾਅਦ ਕੋਵਿਡ ਦਾ ਰੌਲਾ ਸ਼ੁਰੂ ਹੋ ਗਿਆ, ਕੋਵਿਡ ਕਰਕੇ ਐਮਬੈਸੀਜ਼ ਬੰਦ ਹੋ ਗਈਆਂ ਸਾਰੀਆਂ। ਸੋ ਉਹਦੇ ਕਰਕੇ ਥੋੜਾ ਜਿਹਾ ਡਿਲੇ ਹੋ ਗਿਆ ਤੇ ਜੇ ਮੈਂ ਪਹਿਲਾਂ ਟਰਾਈ ਆਊਟ ਦੇ ਦਿੰਦਾ ਦੁਬਈ ਵਾਲੇ ਜਾਂ ਕੋਈ ਹੋਰ, ਮੈਨੂੰ ਉੱਥੇ ਨਾ ਰੋਕਿਆ ਜਾਂਦਾ ਤੇ ਮੇਬੀ ਸ਼ਾਇਦ ਹੁਣ ਮੈਂ WWE 'ਚ ਹੁੰਦਾ। ਪਰ ਕੋਈ ਗੱਲ ਨਹੀਂ, ਅਸੀਂ ਲੰਬੀ ਰੇਸ ਦੇ ਘੋੜੇ ਆ, ਲੇਟ ਆਵਾਂਗੇ, ਸਾਰਿਆਂ ਨੂੰ ਜਾਂਦੇ ਠੋਕਾਂਗੇ। ਜਿੰਨੇ ਰੈਸਲਰ ਸਾਡੇ ਤੋਂ ਪਹਿਲਾਂ ਚਲੇ ਵੀ ਗਏ ਆ ਜਾਂ ਕੁਝ ਬੰਦੇ ਗਏ ਵੀ ਆ, ਉਹਨਾਂ ਨੇ ਕੁਝ ਉਹ ਲੈਵਲ ਤੇ ਅਚੀਵ ਨਹੀਂ ਕੀਤਾ ਹਜੇ ਤੱਕ। ਉਹੀ ਗੱਲ ਤੁਹਾਡੇ ਠੋਕਣ ਵਾਲੇ ਗੱਲ ਸ਼ਬਦ ਤੋਂ ਮੈਨੂੰ ਯਾਦ ਆ ਗਿਆ, ਤੁਸੀਂ ਕਹਿੰਦੇ ਰੋਮਨ ਰੇਜ ਨੂੰ, ਅੰਡਰਟੇਕਰ ਨੂੰ, ਬ੍ਰੌਕ ਲੈਸਨਰ ਨੂੰ ਤੁਸੀਂ ਚੈਲੰਜ ਕੀਤਾ ਹੋਇਆ ਕਿ ਮੈਂ ਜਦੋਂ ਗਿਆ ਇਹਨਾਂ ਤਿੰਨਾਂ ਨੂੰ ਪਹਿਲਾਂ ਢਾਉਣਾ ਜਾ ਕੇ। ਦੇਖੋ ਜੀ, ਮੈਂ ਸਿੱਧਾ ਇੱਕ ਕੁਐਸਚਨ ਪੁੱਛਣਾ ਚਾਹੁੰਦਾ ਵਾਂ, ਜਿੰਨੇ ਦਰਸ਼ਕ ਦੇਖ ਰਹੇ ਉਹਨਾਂ ਨੂੰ ਵੀ ਪੁੱਛਣਾ ਚਾਹੁੰਦਾ ਵਾਂ। ਬਹੁਤ ਸਾਰੇ ਲੋਕ ਮੈਨੂੰ ਨਾ ਇਹ ਗੱਲ ਕਹਿੰਦੇ ਆ ਯਾਰ ਤੁਸੀਂ ਭਾਜੀ ਕੁਝ ਜ਼ਿਆਦਾ ਵੱਡਾ ਚੈਲੰਜ ਨਹੀਂ ਕਰ ਦਿੱਤਾ। ਮੈਂ ਸਿਰਫ ਇਹੀ ਗੱਲ ਉਹਨਾਂ ਨੂੰ ਪੁੱਛਦਾ ਵੀ ਯਾਰ ਤੁਹਾਨੂੰ ਪੰਜਾਬੀਆਂ ਦੇ ਦਮ ਦੇ ਉੱਤੇ ਕੋਈ ਸ਼ੱਕ ਆ? ਪੰਜਾਬੀਆਂ ਨੇ ਪੂਰੀ ਦੁਨੀਆ ਦੇ ਉੱਤੇ ਆਪਣਾ ਦਬਦਬਾ ਕਾਇਮ ਕੀਤਾ, ਹਰ ਇੱਕ ਫੀਲਡ ਦੇ ਵਿੱਚ ਆਪਣੇ ਨਾਂ ਨੂੰ ਉੱਪਰ ਤੇ ਲੈ ਕੇ ਆਏ ਆ। ਇੱਕ ਸਿਰਫ WWE ਰਹਿੰਦੀ ਆ। ਮੈਨੂੰ ਲੱਗਦਾ ਵੀ ਇਹਦੇ ਵਿੱਚ ਵੀ ਬਹੁਤ ਜਲਦੀ ਜਿੰਨੇ ਵੀ ਆ ਗੋਰਿਆਂ ਦਾ ਇੱਕ ਐਟੀਟਿਊਡ, ਇੱਕ ਹੰਕਾਰ ਆ ਵੀ ਅਸੀਂ ਬੜੇ ਤਕੜੇ ਰੈਸਲਰ ਆ, ਇੰਡੀਆ ਦੇ ਰੈਸਲਰ ਨੂੰ ਬਹੁਤ ਗੰਦੇ ਤਰੀਕੇ ਨਾਲ ਕੁੱਟਦੇ ਆ। ਪਿੱਛੇ ਇੱਕ ਮੁੰਡੇ ਨੂੰ ਕੁਰਸੀਆਂ ਮਾਰੀਆਂ, ਬਹੁਤ ਜ਼ਿਆਦਾ ਇੰਡੀਆ ਦਾ ਰੈਸਲਰ ਸੀਗਾ, ਬਹੁਤ ਇਨਸਲਟ ਕੀਤੀ ਉਹਦੀ। ਸੋ ਚੀਜ਼ ਦੇਖ ਕੇ ਮੈਨੂੰ ਬਹੁਤ ਗੁੱਸਾ ਚੜਦਾ ਯਾਰ। ਫਿਰ ਮੇਰੇ ਮਨ ਦੇ ਵਿੱਚ ਇਹੀ ਹੈ ਵੀ ਜਦੋਂ ਮੌਕਾ ਮਿਲਿਆ ਸਭ ਤੋਂ ਪਹਿਲਾਂ ਜਾਂਦਿਆਂ ਇਹਨਾਂ ਨੂੰ ਠੋਕਣਾ ਵਾ ਤੇ ਜਿੰਨੇ ਲੋਕਾਂ ਦੇ ਮਨ 'ਚ ਡਾਊਟ ਹੈ ਵੀ ਮੈਂ ਬ੍ਰੌਕ ਲੈਸਨਰ ਜਾਂ ਰੋਮਨ ਰੇਸ ਵਰਗਿਆਂ ਨੂੰ ਨਹੀਂ ਕੁੱਟ ਸਕਦਾ, ਸੋ ਉਹਨਾਂ ਦੇ ਮੂੰਹ ਵੀ ਬੰਦ ਹੋਣਗੇ ਤੇ ਗੋਰਿਆਂ ਦਾ ਹੰਕਾਰ ਵੀ ਬਹੁਤ ਜਲਦੀ ਟੁੱਟੇਗਾ। ਅੱਛਾ, ਫਿਰ ਇਸੇ ਤਰੀਕੇ ਨਾਲ ਸਾਬਤ ਸੂਰਤ ਹੀ ਤੁਸੀਂ ਉੱਥੇ ਫਿਰ ਫਾਈਟ ਕਰੋਗੇ ਜਦੋਂ ਤੁਸੀਂ ਰਿੰਗ 'ਚ ਜਾਓਗੇ WWE ਦੀ,
ਤਾਂ ਉਹ ਤੁਸੀਂ ਇਦਾਂ ਹੀ ਦਸਤਾਰ ਸਜਾ ਕੇ ਕਿ ਜਾਂ ਫਿਰ ਆਪਣੀ ਲੁੱਕ ਨੂੰ ਵੀ ਥੋੜਾ ਬਹੁਤਾ ਚੇਂਜ ਕਰੋਗੇ? ਦੇਖੋ ਮੇਰੀ ਜਿਹੜੀ ਲੁੱਕ ਹੈਗੀ ਨਾ, ਮੈਂ ਪਹਿਲਾਂ ਜਿਹੜੀ ਫਾਈਟਸ ਕਰਦਾ ਸੀਗਾ ਉਹਦੇ 'ਚ ਮੈਂ ਸਿਰ ਨੂੰ ਕਵਰ ਨਹੀਂ ਕਰਦਾ ਸੀ। ਮੇਰੇ ਬਹੁਤ ਸਾਰੇ ਮੇਰੇ ਜਿਹੜੇ ਫੈਨ ਸੀ ਉਹਨਾਂ ਨੇ ਮੈਨੂੰ ਸੁਜੈਸਟ ਕੀਤਾ ਵੀ ਤੁਸੀਂ ਸਿਰ ਨੂੰ ਕਵਰ ਕਰਿਆ ਕਰੋ। ਹੁਣ ਮੈਂ ਸਿਰ ਪ੍ਰੋਪਰ ਪਟਕਾ ਸਿਰ ਦੇ ਨਾਲ ਕਵਰ ਕਰਕੇ ਫਿਰ ਫਾਈਟ ਕਰਦਾ ਵਾਂ। ਸੋ ਮੇਰੀ ਕੋਸ਼ਿਸ਼ ਇਹੀ ਹੈ ਵੀ ਇਸੇ ਤਰੀਕੇ ਨਾਲ WWE ਜਾਇਆ ਜਾਵੇ, ਕਿਉਂਕਿ ਇਦਾਂ ਦੇ ਨਾਲ ਕੋਈ ਵੀ ਹਜੇ ਤੱਕ ਨਹੀਂ ਆਇਆ। ਈਵਨ ਕਿ ਜਿੰਦਰ ਮਹਾਲ ਭਾਜੀ ਮੇਰੇ ਬਹੁਤ ਅੱਛੇ ਦੋਸਤ ਹੈਗੇ ਆ। ਸੋ ਉਹ ਹੈਗੇ ਕੈਨੇਡੀਅਨ ਬੋਰਨ ਆ, ਪੰਜਾਬੀ ਹੈ, ਤੇ ਉਹ ਵੀ ਜਦੋਂ ਫਾਈਟ ਕਰਦੇ ਆ ਮੇਰੇ ਵਾਂਗੂ ਇਦਾਂ ਪਟਕਾ ਬੰਨਿਆ ਹੁੰਦਾ ਉਹਨਾਂ ਨੇ, ਪਰ ਉਹ ਫਾਈਟ ਕਰਨ ਤੋਂ ਪਹਿਲਾਂ ਪਟਕਾ ਲਾ ਦਿੰਦੇ ਆ ਤੇ ਉਹਨਾਂ ਦੀ ਕਟਿੰਗ ਵੀ ਹੈਗੀ ਹੈ। ਸੋ ਕੋਈ ਵੀ ਹਜੇ ਤੱਕ ਇਦਾਂ ਫਾਈਟ ਨਹੀਂ ਕਰ ਸਕਿਆ। ਸੋ ਮੈਂ ਉਹ ਚੀਜ਼ ਕਰਨੀ ਹੈ। ਸੋ ਬਹੁਤ ਸਾਰੇ ਲੋਕਾਂ ਦੇ ਯਾਰ ਹੁੰਦਾ ਵੀ ਭਾਜੀ ਤੁਹਾਡੇ ਵਾਲਾਂ ਨੂੰ ਹੱਥ ਪੈ ਜਾਏਗਾ, ਇਹਨਾਂ ਇਨਸਲਟ ਹੁੰਦੀ ਹੈ। ਸੋ ਆਪਾਂ ਜਿੰਨੀ ਵੀ ਮੇਰੀ ਹੁਣ ਤੱਕ ਫਾਈਟਸ ਹੋਈਆਂ ਨਾ, ਆਪਾਂ ਜਾਂਦੇ ਆਂ ਹੀ ਦਬਕਾ ਮਾਰ ਕੇ ਦਹਾੜ ਕੇ ਸਾਹਮਣੇ ਵਾਲੇ ਬੰਦੇ ਨੂੰ ਡਰਾ ਦਿੰਦਾ ਵਾ। ਉਹਦੀ ਹਿੰਮਤ ਨਹੀਂ ਪੈਂਦੀ। ਜੇ ਕੋਈ ਬੰਦਾ ਗਲਤੀ ਕਰ ਵੀ ਦੇਵੇ, ਫਿਰ ਜੇ ਉਹਨੂੰ ਮੈਂ ਥੋੜਾ ਜਿਹਾ ਕੁੱਟਣਾ ਹੁੰਦਾ ਨਾ, ਉਹਨਾਂ ਨੂੰ ਮੈਂ 10 ਗੁਣਾ ਜ਼ਿਆਦਾ ਕੁੱਟਦਾ ਉਹਨੂੰ। ਫਿਰ ਦੁਬਾਰਾ ਜਿਹੜਾ ਬੰਦਾ ਦੇਖੇਗਾ ਉਹ ਇਹ ਚੀਜ਼ ਦੀ ਗਲਤੀ ਨਹੀਂ ਕਰੇਗਾ। ਜਦੋਂ ਟਰਾਈ ਆਊਟ ਹੋਏ ਨੇ ਉਦੋਂ ਤਾਂ ਨਹੀਂ ਕੋਈ ਆਬਜੈਕਸ਼ਨ ਲੱਗੀ ਕਿ ਜਿਵੇਂ ਕੇਸ ਵੀ ਨੇ ਤੁਹਾਡੇ ਦਾੜਾ ਵੀ ਹੈਗਾ, ਇਹਦੇ ਉੱਤੇ ਕੋਈ ਆਬਜੈਕਸ਼ਨ ਤਾਂ ਨਹੀਂ? ਦੇਖੋ ਇਹ ਜਿਹੜੇ ਅੱਜ ਕੱਲ ਤਾਂ ਗੋਰੇ ਲੰਬੀ ਲੰਬੀ ਦਾੜੀਆਂ ਰੱਖਣ ਲੱਗ ਪਏ ਆ, ਬ੍ਰੇਵ ਵਾਈਟ ਹੈਗਾ ਵਾ ਰੈਸਲਰ, ਲੰਬੇ ਲੰਬੇ ਵਾਲ ਰੱਖਣ ਲੱਗ ਪਏ ਹੋਏ ਆ। ਸੋ ਉਹ ਤਾਂ ਹੁਣ ਇਹ ਚੀਜ਼ ਵੱਲ ਆ ਰਹੇ ਆ, ਤੇ ਆਪਾਂ ਜੇ ਹੁਣ ਉਹ ਚੀਜ਼ ਨੂੰ ਛੱਡੀਏ, ਆਪਾਂ ਇਹ ਚੀਜ਼ ਨੂੰ ਨਾ ਰੱਖੀਏ ਤੇ ਫਿਰ ਸਾਡੀ ਆਪਣੀ ਬੇਵਕੂਫੀ ਹੋਏਗੀ। ਸੋ ਮੇਰਾ ਤਾਂ ਇਹੀ ਮੰਨਣਾ ਜੀ, ਦੇਖੋ WWE ਦੇ ਅੰਡਰ ਕੰਟਰੈਕਟ ਜਦੋਂ ਮੈਂ ਹੋਵਾਂਗਾ ਉਦੋਂ ਮੈਨੂੰ ਨਹੀਂ ਲੱਗਦਾ ਵੀ ਮੈਨੂੰ ਉਹ ਕਹਿਣਗੇ, ਕਿਉਂਕਿ ਅਮਰੀਕਾ ਕੈਨੇਡਾ ਦੇ ਵਿੱਚ ਇਹਨਾਂ ਦੇ ਸ਼ੋਜ਼ ਹੁੰਦੇ ਆ, ਉੱਥੇ ਪੰਜਾਬੀ ਬਹੁਤ ਜ਼ਿਆਦਾ ਵਾ, ਤੇ ਜੇ ਪੰਜਾਬੀਆਂ ਦੀ ਮੈਨੂੰ ਸਪੋਰਟ ਰਹੇਗੀ ਸੋ ਉਹਨਾਂ ਦੇ ਪ੍ਰੈਸ਼ਰ ਹੇਠ ਹੀ WWE ਨੇ ਮੇਨ ਟਿਕਟ ਵੇਚਣੀ ਹੈ। ਉਹਨਾਂ ਨੇ ਦੇਖਣਾ ਵਾ ਵੀ ਕਿਹੜੇ ਰੈਸਲਰ ਨੂੰ ਲੋਕੀ ਜ਼ਿਆਦਾ ਪਸੰਦ ਕਰ ਰਹੇ ਆ, ਉਹਨੂੰ ਵਧੀਆ ਮੈਚਸ ਮਿਲਣਗੇ, ਤੇ ਕਿਹਨੂੰ ਕਰਾਊਡ ਜ਼ਿਆਦਾ ਸਪੋਰਟ ਕਰ ਰਿਹਾ, ਕਿਹਦੇ ਉੱਤੇ ਸਭ ਤੋਂ ਜ਼ਿਆਦਾ ਪੈਸਾ ਲੱਗ ਰਿਹਾ, ਕਿਹਦੇ ਉੱਤੇ ਸਭ ਤੋਂ ਜ਼ਿਆਦਾ ਟਿਕਟ ਵਿਕ ਰਹੀ, ਕੌਣ ਜ਼ਿਆਦਾ ਮਨੀ ਡਰਾ ਕਰ ਰਿਹਾ ਵਾ। ਸੋ ਉਸ ਬੇਸ ਦੇ ਉੱਤੇ ਹੀ WWE ਸਾਰਾ ਕੁਝ ਕਰਦਾ। ਜੇ ਮੈਨੂੰ ਸਾਰੇ ਪੰਜਾਬੀ ਬਾਹਰ ਰਹਿੰਦੇ ਜਾਂ ਸਾਡੇ ਇੰਡੀਆ ਦੇ ਪੂਰੇ ਲੋਕਾਂ ਦਾ ਸਾਰਿਆਂ ਦਾ ਮੈਨੂੰ ਜੇ ਸਪੋਰਟ ਮਿਲੇਗੀ, ਸੋ ਮੈਨੂੰ ਨਹੀਂ ਲੱਗਦਾ WWE ਮੈਨੂੰ ਕਹੇਗਾ ਵੀ ਤੁਸੀਂ ਆਪਣੀ ਲੁੱਕ ਨੂੰ ਚੇਂਜ ਕਰੋ ਜਾਂ ਕੁਝ ਵੀ ਕਰੋ। ਤੇ ਜੇ ਇਹਨਾਂ ਦੀ ਸਪੋਰਟ ਰਹੇਗੀ ਤੇ ਮੈਨੂੰ ਮੈਚਸ ਵੀ ਟੌਪ ਦੇ ਮਿਲਣਗੇ ਤੇ ਬਹੁਤ ਜਲਦੀ WWE ਦਾ ਚੈਂਪੀਅਨ ਵੀ ਬਣਾਂਗਾ ਮੈਂ। ਅੱਛਾ, ਇਹ ਜਿਹੜਾ ਮੈਂ ਹੁਣ ਤੁਹਾਨੂੰ ਸਵਾਲ ਪੁੱਛਣਾ, ਕਈਆਂ ਦਾ ਸਵਾਲ ਹੋਊਗਾ ਤੁਹਾਨੂੰ ਸੁਣ ਕੇ ਸ਼ਾਇਦ ਹਾਸਾ ਵੀ ਆ ਜੇ ਕਿ ਇਹ ਜਿਹੜਾ WWE ਨੂੰ ਤੁਸੀਂ ਤਾਂ ਬੜੇ ਨੇੜਿਓਂ ਦੇਖਿਆ, ਤੁਸੀਂ ਆਪ ਫਾਈਟ ਕਰਦੇ ਹੋ, ਕਈ ਵਾਰੀ ਸਵਾਲ ਉੱਠਦੇ ਆ ਕਿ ਇਹ ਸਭ ਲੜਾਈ ਨਕਲੀ ਹੁੰਦੀ ਹੈ, ਇਹ ਮੁੱਕਾ ਜੇ ਮਾਰਦੇ ਲਾਗੋਂ ਕੱਢ ਦਿੰਦੇ ਆ, ਕਿਸੇ ਦੇ ਕੂਣੀ ਮਾਰਨੀ ਆ ਉਹ ਵੀ ਹੌਲੀ ਜੀ ਮਾਰ ਦਿੰਦੇ ਆ। ਇਹ ਅਸਲ ਕਹਾਣੀ ਹੈ ਕਿ ਇਹ ਵਾਕਈ ਲੜਦੇ ਵੀ ਹੈ ਕਿ ਨਹੀਂ, ਇਹ ਮਤਲਬ ਕਿਦਾਂ, ਮਤਲਬ ਜਾਂ ਵਿਖਾਵਾ ਹੁੰਦਾ ਸਾਰਾ? ਦੇਖੋ ਇਹਦੇ ਵਿੱਚ ਬਹੁਤ ਸਾਰੇ ਰੂਲਸ ਹੈਗੇ ਆ। ਇੰਡੀਆ ਦੇ ਲੋਕ ਜਿੰਨੇ ਵੀ ਫਾਈਟਸ ਦੇਖਦੇ ਨਾ, ਉਹ ਆਪਣੇ ਹਿਸਾਬ ਨਾਲ ਰੂਮਰਸ ਬਣਾ ਲੈਂਦੇ ਆ। ਜਿੱਦਾਂ ਕੋਈ ਬੰਦਾ ਫਾਈਟ ਦੇਖ ਰਿਹਾ, ਤੁਸੀਂ ਕਹਿੰਦੇ ਯਾਰ ਪਹਿਲਾਂ ਉਹ ਕੁੱਟ ਰਿਹਾ ਸੀ, ਹੁਣ ਇਹ ਕੁੱਟ ਰਿਹਾ, ਵਾਰੀ-ਵਾਰੀ ਇੱਕ ਦੂਜੇ ਨੂੰ ਕੁੱਟਦੇ ਆ। ਇਦਾਂ ਦੇ ਰੂਮਰਸ ਮੈਨੂੰ ਬਹੁਤ ਸੁਣਨ ਨੂੰ ਮਿਲਦੇ ਆ। ਜਾਂ ਲੋਕੀ ਕਹਿੰਦੇ ਪੰਜ ਟੱਚ ਨਹੀਂ ਹੋਇਆ, ਜਾਂ ਕੁਝ ਮੈਨੂੰ ਜਦੋਂ ਕੋਈ ਵੀ ਵੀਡੀਓ ਦਿਖਾ ਦਿੰਦਾ ਭਾਜੀ ਆਹ ਦੇਖੋ ਤੇ ਤਾਂ ਪੰਜ ਟੱਚ ਨਹੀਂ ਹੋਇਆ, ਤੁਸੀਂ ਕਹਿੰਦੇ ਸੀ ਪੰਜ ਬਹੁਤ ਜ਼ੋਰ ਦੀ ਮਾਰੀਦਾ। ਸੋ ਮੈਂ ਉਹਨਾਂ ਨੂੰ ਫਿਰ ਦੂਸਰੀ ਵੀਡੀਓ ਦਿਖਾ ਦਿੰਦਾ ਜਿਹਦੇ ਚ ਰੈਸਲਰਾਂ ਦੇ ਸਿਰ ਪਾੜ ਗਏ ਜਾਂ ਰੈਸਲਰ ਦੀ ਡੈਥ ਹੋ ਗਈ ਰਿੰਗ ਦੇ ਵਿੱਚ ਹੀ, ਉਹ ਚੀਜ਼ ਵੀ ਦੇਖਣ ਨੂੰ ਮਿਲਦੀ ਹੈ। ਸੋ ਇਹ ਚੀਜ਼ਾਂ ਕਿਉਂ ਹੁੰਦੀਆਂ ਵਾ, ਇਹਦੇ ਪਿੱਛੇ ਬਹੁਤ ਵੱਡਾ ਪੁਆਇੰਟ ਹੈ। ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਰੂਲਸ ਨਹੀਂ ਪਤਾ। ਆਪਾਂ ਜਿਹੜੇ ਇੱਕ ਪ੍ਰੋਪਰ ਰੂਲ ਵਾਲਾ ਮੈਚ ਹੁੰਦਾ, ਆਪਾਂ ਫਿਸਟ ਨਹੀਂ ਮਾਰ ਸਕਦੇ, ਆਪਾਂ ਪੰਚ ਨਹੀਂ ਮਾਰ ਸਕਦੇ, ਆਪਾਂ ਨੂੰ ਹੱਥ ਖੋਲ ਕੇ ਹੀ ਮਾਰਨਾ ਪੈਂਦਾ ਵਾ। ਜਦੋਂ ਤੁਸੀਂ ਦੇਖਿਆ ਹੋਊਗਾ ਕੋਈ ਵੀ ਰੈਸਲਰ ਫਿਸਟ ਮਾਰਦਾ ਕਿਸੇ ਦੇ ਫੇਸ ਦੇ ਉੱਤੇ ਤੇ ਰੈਫਰੀ ਨੂੰ ਪ੍ਰੋਪਰ ਉਹਨੂੰ ਕਹਿੰਦਾ ਵਾ, ਜੇ ਤੁਸੀਂ ਧਿਆਨ ਨਾਲ ਦੇਖੋਗੇ ਰੈਫਰੀ ਨੂੰ ਤਾਂ ਬਹੁਤ ਘੱਟ ਦਿਖਾਇਆ ਜਾਂਦਾ, ਇਸ ਕਰਕੇ ਸਾਨੂੰ ਪਤਾ ਨਹੀਂ ਲੱਗਦਾ। ਰੈਫਰੀ ਕਹਿੰਦਾ ਵਾ, ਵਾਰਨਿੰਗ ਦਿੰਦਾ ਵਾ, ਉਹ ਫਿਸਟ ਜਿਹੜੀ ਆ ਖੋਲ ਕੇ ਮਾਰਨੀ, ਏਦਾਂ ਪੰਚ ਨਹੀਂ ਮਾਰਨਾ। ਸੋ ਬਹੁਤ ਸਾਰੇ ਰੂਲਸ ਹੁੰਦੇ ਆ, ਲੋਕਾਂ ਨੂੰ ਰੂਲ ਬਾਰੇ ਨਹੀਂ ਪਤਾ। ਸਭ ਤੋਂ ਪਹਿਲਾਂ ਉਹਦੇ ਕਰਕੇ ਰੂਮਰਸ ਫੈਲਦੇ ਆ। ਫਿਰ ਕਈ ਵਾਰੀ ਜਦੋਂ ਸਾਡੀ ਫਾਈਟ ਹੁੰਦੀ ਹੈ, ਮੈਂ ਕਈ ਵਾਰੀ ਚੀਜ਼ ਦੇਖੀ ਹੈਗੀ ਹੈ, ਮੇਰੇ ਨਾਲ ਵੀ ਕਈ ਵਾਰੀ ਹੋਇਆ ਵਾ, ਜਦੋਂ ਸਾਡੀ ਫਾਈਟ ਹੁੰਦੀ ਹੈ ਤੇ ਹੁਣ ਮੰਨ ਲਓ ਮੇਰਾ ਇਸ ਸਮੇਂ ਇੰਡੀਆ 'ਚ ਕਾਫੀ ਨਾਮ ਆ, ਇੱਕ ਹੋਰ ਰੈਸਲਰ ਆ ਉਹਦਾ ਵੀ ਕਾਫੀ ਨਾਮ ਆ। ਪ੍ਰਮੋਟਰ ਨੇ ਸਾਡੇ ਦੋਨਾਂ ਦਾ ਮੈਚ ਪਾਤਾ ਵੀ ਜੇ ਇਹਨਾਂ ਦਾ ਅਸੀਂ ਮੇਨ ਇਵੈਂਟ ਰੱਖਦੇ ਆ, ਇਹਦੇ ਤੇ ਸਭ ਤੋਂ ਜ਼ਿਆਦਾ ਟਿਕਟ ਵਿਕੇਗੀ, ਸਭ ਤੋਂ ਜ਼ਿਆਦਾ ਮਨੀ ਡਰਾ ਹੋਏਗੀ। ਸੋ ਹੁਣ ਸਾਡੇ ਦੋਨਾਂ ਦਾ ਮੰਨ ਲਓ ਮੈਚ ਪੈ ਗਿਆ ਤੇ ਤੁਸੀਂ ਮੇਰੇ ਕੋਲ ਆਏ ਵੀ ਯਾਰ ਭਾਜੀ ਮੇਰੀ ਅੱਜ ਹੈਲਥ ਸਹੀ ਨਹੀਂ, ਮੈਨੂੰ ਬੁਖਾਰ ਹੈਗਾ ਵਾ ਤੇ ਤੁਸੀਂ ਸੱਟ ਬਹੁਤ ਜ਼ੋਰ ਦੀ ਮਾਰਦੇ ਹੋ, ਪਲੀਜ਼ ਅੱਜ ਥੋੜਾ ਮੇਰਾ ਧਿਆਨ ਰੱਖਿਓ ਵੀ ਆਪਾਂ ਦੁਸ਼ਮਣ ਥੋੜਾ ਨਾ, ਆਪਾਂ ਦੋਸਤ ਨਾ, ਭਾਵੇਂ ਸਾਡਾ ਮੈਚ ਪੈ ਗਿਆ ਪਰ ਅਸੀਂ ਦੋਸਤ ਹੈਗੇ ਆ। ਸੋ ਉਹਦੇ ਕਰਕੇ ਹੁਣ ਸਾਡੀ ਦੋਨਾਂ ਦੀ ਆਪਸ 'ਚ ਅੰਡਰਸਟੈਂਡਿੰਗ ਹੋ ਗਈ, ਕਿਸੇ ਨੂੰ ਨਹੀਂ ਪਤਾ। ਅਸੀਂ ਆਪਣੀ ਅੰਡਰਸਟੈਂਡਿੰਗ ਦੇ ਨਾਲ ਰਿੰਗ 'ਚ ਕਈ ਵਾਰੀ ਕੁਝ ਰੈਸਲਰ ਇਦਾਂ ਕਰ ਦਿੰਦੇ ਆ ਜਿਹਦੇ 'ਚ ਮੈਨੂੰ ਲੱਗਦਾ ਵੀ ਯਾਰ ਭਾਜੀ ਨੂੰ ਮੈਂ ਮੁੱਕਾ ਹੁਣ ਮਾਰਨ ਲੱਗੇ, ਮੇਰੇ ਮਾਈਂਡ 'ਚ ਆ ਜਾਂਦਾ ਯਾਰ ਮੇਰਾ ਦੋਸਤ ਨੇ ਮੈਨੂੰ ਕਿਹਾ ਵਾ ਵੀ ਭਾਜੀ ਹੌਲੀ ਮਾਰਨਾ, ਤੇ ਮੈਂ ਪੰਚ ਨੂੰ ਥੋੜਾ ਰੋਕ ਲੈਣਾ। ਸੋ ਉਹਦੇ ਕਰਕੇ ਕਈ ਵਾਰੀ ਟੱਚ ਨਹੀਂ ਹੁੰਦਾ ਜਾਂ ਗਲਤੀਆਂ ਦੇਖਣ ਨੂੰ ਮਿਲਦੀਆਂ ਵਾ। ਰੈਸਲਰ ਆਪਸ 'ਚ ਸੈਟਿੰਗ ਕਰ ਲੈਣ ਡਿਫਰੈਂਟ ਚੀਜ਼ ਆ। ਜਿਹੜੇ ਪ੍ਰਮੋਟਰ ਆ ਉਹ ਇਸ ਚੀਜ਼ ਨੂੰ ਹਮੇਸ਼ਾ ਅਵਾਇਡ ਕਰਦੇ ਆ, ਕਿਉਂਕਿ ਇਸੇ ਕਰਕੇ ਹੀ WWE ਜਿਹੜੀ ਗੇਮ ਹੈ ਕਈ ਵਾਰੀ ਉਹ ਬਦਨਾਮ ਹੋਣ ਲੱਗ ਪੈਂਦੀ ਹੈ। ਲੋਕੀ ਰੂਮਰਸ ਬਹੁਤ ਜ਼ਿਆਦਾ ਫੈਲਾਉਂਦੇ ਆ। ਤੁਸੀਂ ਇੱਕ ਛੋਟਾ ਜਿਹਾ ਇੱਕ ਸਿਰਫ ਕੁਐਸਚਨ ਹੈ ਵੀ ਜੇ ਇਹ ਚੀਜ਼ ਫੇਕ ਹੈ ਜਾਂ ਇਹ ਚੀਜ਼ ਨਹੀਂ ਕਰਦੇ, ਫਿਰ WWE ਟਿਕਟ ਇੰਨੀ ਮਹਿੰਗੀ ਕਿਉਂ ਆ? ਅਮਰੀਕਾ ਦੇ ਵਿੱਚ ਇੰਨੀ ਮਹਿੰਗੀ ਟਿਕਟ ਵਿਕਦੀ ਹੈ, ਇੰਡੀਆ ਦੇ ਵਿੱਚ 25-25 30 ਹਜ਼ਾਰ ਤੋਂ ਟਿਕਟ ਦੀ ਸਟਾਰਟਿੰਗ ਹੁੰਦੀ ਜਦੋਂ ਇੰਡੀਆ ਦੇ ਵਿੱਚ ਸ਼ੋਅ ਹੁੰਦਾ। ਸੋ ਇੰਨੀ ਮਹਿੰਗੀ ਟਿਕਟ ਕੌਣ ਲਏਗਾ? ਜਿੰਨੇ ਇਹਨਾਂ ਦੇ ਸ਼ੋਅਜ਼ ਆ ਫੁੱਲ ਹੁੰਦੇ ਆ, ਹਾਊਸਫੁੱਲ ਸ਼ੋਅਜ਼ ਜਾਂਦੇ ਆ, ਤੇ ਇਹਨਾਂ ਦੇ ਬਾਹਰ ਵਰਲਡ ਵਾਈਡ ਇੱਕ ਹਫ਼ਤੇ ਦੇ ਵਿੱਚ 4 ਸ਼ੋਅ ਹੁੰਦੇ ਆ ਤੇ ਕਿਸੇ ਦੀ ਵੀ ਟਿਕਟ ਤੁਹਾਨੂੰ ਮਿਲਦੀ ਨਹੀਂਗੀ। ਜੇ ਫੇਕ ਹੁੰਦਾ, ਇਹ ਚੀਜ਼ਾਂ ਸਾਰੀ ਹੁੰਦੀਆਂ ਤੇ ਟਿਕਟ ਥੋੜਾ ਵਿਕਣੀ ਸੀ ਇੰਨੀ।
ਠੀਕ ਹੈ ਬਾਈ ਜੀ, ਅਸੀਂ ਜਰੂਰ ਤੁਹਾਨੂੰ, ਅਸੀਂ ਹੁਣ ਤਾਂ ਲਾਈਵ ਦੇਖ ਰਹੇ ਹਾਂ ਪਰ ਅਸੀਂ ਜਰੂਰ ਛੇਤੀ ਚਾਹਾਂਗੇ ਕਿ ਤੁਸੀਂ WWE ਦੇ ਰਿੰਗ ਦੇ ਵਿੱਚ ਦੇਖੋ ਤੇ ਪੰਜਾਬੀਆਂ ਦਾ ਨਾਮ ਜਿਹੜਾ ਵਾ ਹੋਰ ਉੱਪਰ ਜਿਹੜਾ ਵਾ ਰੱਖੋ। ਤਾਂ ਇਹ ਨੇ ਸੁਪਰ ਖਾਲਸਾ, ਤਿਆਰੀ ਕਰ ਰਹੇ ਨੇ WWE ਦੇ ਵਿੱਚ ਜਾਣ ਦੀ। ਇਹਨਾਂ ਨੇ ਟਰਾਇਲ ਪਾਸ ਕਰ ਲਏ ਨੇ। ਕੁਝ ਹੀ ਸਮੇਂ ਦੇ ਵਿੱਚ ਇਹਨਾਂ ਨੂੰ ਤੁਸੀਂ ਹੁਣ WWE ਦੀ ਰਿੰਗ ਦੇ ਵਿੱਚ ਦੇਖੋਗੇ। ਵੱਡੇ ਨਾਮਵਰ ਫਾਈਟਰਾਂ ਨੂੰ ਇਹਨਾਂ ਨੇ ਚੈਲੰਜ ਕੀਤਾ ਹੋਇਆ ਕਿ ਸਭ ਤੋਂ ਪਹਿਲਾਂ ਉਹਨਾਂ ਨੂੰ ਜਾ ਕੇ ਢਾਉਣਾ, ਕਿਉਂਕਿ ਕਹਿੰਦੇ ਕਿ ਮਾੜੇ ਦੇ ਉੱਪਰ ਜ਼ੋਰ ਅਜਮਾਇਸ਼ ਕਰਨੀ ਸਾਡਾ ਕੰਮ ਨਹੀਂ ਹੈ। ਜੇ ਢਾਉਣਾ ਹੈ ਤਾਂ ਸਿੱਧਾ ਤਗੜੇ ਨੂੰ ਹੱਥ ਪਾਵਾਂਗੇ। ਤਾਂ ਦੇਖਦੇ ਹਾਂ ਕਿ ਇਹ ਸੁਪਰ ਖਾਲਸਾ ਆਪਣੀ ਸੁਪਰ ਪਾਵਰ ਦੇ ਨਾਲ ਕਦੋਂ ਤੱਕ ਪੰਜਾਬੀਆਂ ਦਾ ਮਾਣ ਹੋਰ ਵਧਾਵੇਗਾ। ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।